दोहरा वार पार दरियाओ के सतगुर करें अखीर। चढ़े जबै चित बिचर तो ऊच नीच थल हेर। वाहिगुरु जी का खालसा वाहिगुरु जी की फतेह। परम सत्कार ते सन्मानयोग गुरु स्वरूप गुरु खालसा साध संगत जीओ धनता दे पात्र हो। जिनके भाग बड़े हैं भाई तिन साधु संग मुख जुरे। नेता प्रति सतगुरु श्री गुरु ग्रंथ साहब जी महाराज जी की पवित्र हजूरी विच हाजरियां भर के नौवें गुरदेव तिलक ते जंजू दे राखे धन धन श्री गुरु तेग बहादुर साहब जी महाराज। तेग बहादुर बोलिया धर पईया धर्म ना छोड़िए, बाहें जिन्हां दी पकड़िए सिर दीजै बाह ना छोड़िए। ऐसे दीन दयाल सतगुरु नौवें पातशाह जी महाराज जी दियां आप जी खुशियां प्राप्त कर रहे हो। साहिबे कमाल श्री गुरु तेग बहादुर साहब जी महाराज जी दे सपुत्र महान तपस्वी महान तेजस्वी धन धन श्री गुरु गोबिंद सिंह साहब जी महाराज जी दे पवित्र इतिहास की चल रही लड़ीवार कथा बहुत ही अदब सत्कार और श्रद्धा सहित आप जी श्रवण कर रहे। पातशाह ने विसाली नगर दे विच अपने पावन पवित्र चरण पाए हैं। राजे विसाली ने गरीब नवाज साहब जी की सेवा की है। गुरु खालसे की सेवा करके महाराज जी दी खुशियां लईयां हैं। शिकार खेडण लई साहब जांदे ने। राजे भीम चंद ते कुछ पहाड़ी राजियां दीयां फौजां दे कई थावां ते मोर्चे हैं। उन्हां नाल ਸਿੰਘਾਂ दीयां अक्सर छोटियां झड़पां हुंदियां रहिंदियां। भीम चंद इस गल का पछतावा करदा है कि मैं नाहक गुरु जी दे नाल वैर विरोध की बिरती रख के अपना नुकसान किया है। बंदे भी मरवाए ने। गुरु जी दे कोल किसी शय की कमी नहीं। जिन्ने सिंह उन्हां दे शहीद होए उन्ने उन्हां नालों कई गुणा वध उन्हां कोल आके भर्ती हो गए। वो मर जीवड़े फौज दे मालक हैं। मेरा नुकसान हो रहा है। सोचदा किसी तरीके गुरु जी दे नाल हुण संधि कर लैनी चाहिए। इधर गुरुदेव राजे विसाली नाल बैठ के गोष्ठी करते ने, विचारां करते ने, बचन करते ने आउण वाले समय विच मेरे खालसे दा राज होना है। साडा एक सिख इन्हां सारे पहाड़ी राजियां कोल राज खो लवेगा। जिहड़ा खालसे दे ताबियां चलेगा उसे दा राज भाग सलामत रहेगा। आओ मन और बिरतियां एकाग्र करके पंथ दे वाली सतगुरां दा पवित्र इतिहास सरवण करिए। गुरु पातशाह दे पवित्र चरनां विच अपनियां हाजरियां भरदे होयां
ਆਪ ਦੀ ਰਸਨਾ ਦੀ ਪਵਿੱਤਰਤਾ ਵਾਸਤੇ ਸਮੂਹ ਮਾਈ ਭਾਈ ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਵਾਰ ਪਾਰ ਦਰਿਆਓ ਕੇ ਸਤਿਗੁਰ ਕਰੈ ਅਖੀਰ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਤਲੁਜ ਦਰਿਆ ਦੇ ਉਰਾਰ ਤੇ ਪਾਰ ਵਿਚਰ ਕੇ ਆਪਣੀ ਸਵੈ ਇੱਛਾ ਦੇ ਅਨੁਸਾਰ ਸ਼ਿਕਾਰ ਖੇਡਦੇ ਹਨ। ਸ਼ਿਕਾਰ ਖੇਡਣਾ ਰਾਜਿਆਂ ਦਾ, ਸੂਰਮਿਆਂ ਦਾ ਸੁਭਾਅ ਹੈ। ਉਹਦੇ ਨਾਲ ਖਾਲਸੇ ਅੰਦਰ ਸ਼ਸਤਰ ਚਲਾਉਣ ਦੀ ਵਿਦਿਆ, ਉਹਦੇ ਨਾਲ ਸਰੀਰਕ ਕਸਰਤ, ਇਹ ਅਤੀ ਜ਼ਰੂਰੀ ਸੀ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਸਰ ਕਦੇ ਦਰਿਆ ਪਾਰ ਕਰਕੇ ਇੱਧਰ ਸ੍ਰੀ ਅਨੰਦਪੁਰ ਸਾਹਿਬ ਵੱਲ ਆ ਕੇ ਸ਼ਿਕਾਰ ਖੇਡਦੇ ਨੇ, ਕਦੇ ਉਰਾਰਲੇ ਪਾਸੇ ਸ਼ਿਕਾਰ ਖੇਡਦੇ ਹਨ। ਜਿੱਥੇ ਮਹਾਰਾਜ ਜੀ ਦੀ ਆਪਣੀ ਨਿਜ ਇੱਛਾ ਹੁੰਦੀ ਹੈ ਉੱਥੇ ਜਾ ਕੇ ਸਹਿਬ ਸ਼ਿਕਾਰ ਖੇਡਦੇ ਨੇ। ਕੋਈ ਸਤਿਗੁਰਾਂ ਦਾ ਰਸਤਾ ਨਹੀਂ ਰੋਕ ਸਕਦਾ। ਚੜੈ ਜਬੇ ਚਿਤ ਵਿਚਰ ਤੋ ਊਚ ਨੀਚ ਥਲ ਹੀਰ। ਸਾਰੀ ਥਾਂ ਤੇ ਸਾਰੀ ਧਰਤੀ ਤੇ ਮਹਾਰਾਜ ਜੀ ਵਿਚਰਦੇ ਨੇ, ਕਿਉਂਕਿ ਸਾਰੀ ਧਰਤੀ ਹੈ ਹੀ ਮੇਰੇ ਸਤਿਗੁਰਾਂ ਦੀ। ਇਹ ਸਗਲੀ ਧਰਤੀ ਸਾਧ ਕੀ, ਇਹ ਸਾਰੀ ਧਰਤੀ ਸਤਿਗੁਰਾਂ ਦੀ ਹੈ। ਉੱਚੇ ਨੀਵੇਂ ਥਾਂ ਤੇ, ਕਿਉਂਕਿ ਪਹਾੜੀ ਇਲਾਕਾ ਹੈ, ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਤੇੜੇ, ਚਾਹੇ ਉਹ ਵਿਸਾਲੀ ਨਗਰ ਹੈ, ਕੀਰਤਪੁਰ ਸਾਹਿਬ ਦਾ ਇਲਾਕਾ ਹੈ, ਇਸ ਸਾਰੇ ਪਾਸੇ ਉੱਚਾ ਨੀਵਾਂ ਥਾਂ, ਕਿਤੇ ਨੀਵਾਨ ਹੈ, ਕਿਤੇ ਉਚਾਈ ਹੈ। ਸਤਿਗੁਰੂ ਜੀ ਵਿਚਰਦੇ ਹਨ। ਚੋਪਈ ਇੱਕ ਦਿਵਸ ਚੜ ਗੁਰੂ ਪਿਆਨੇ। ਇੱਕ ਦਿਨ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ਼ਿਕਾਰ ਖੇਡਣ ਵਾਸਤੇ ਗਏ ਹਨ। ਪੁਰ ਪੰਪੋਰ ਬਸੇ ਜਿਸ ਥਾਨੇ। ਗੁਰਦੁਆਰਾ ਬਿਪੌਰ ਸਾਹਿਬ ਜਿਸ ਸਥਾਨ ਤੇ ਹੈ, ਇਸ ਰਿਆਸਤ ਦਾ ਛੋਟੀ ਜੀ ਰਿਆਸਤ ਸੀ, ਪਹਾੜੀ ਰਿਆਸਤ ਬਿਪੌਰ। ਪੰਬੋਰ ਵੀ ਕਹਿੰਦੇ ਸਨ ਪਹਿਲਾਂ ਇਹਨੂੰ। ਬਿਪੌਰ ਇਹਦਾ ਨਾਂ ਜਿਹੜਾ ਹੈ ਉਹ ਪ੍ਰਸਿੱਧ ਹੈ, ਬਿਪੌਰ ਨਗਰ ਹੈ। ਸੰਗ ਖਾਲਸੇ ਕੋ ਦਲ ਭਾਰੀ। ਸ਼ਿਕਾਰ ਖੇਡਦਿਆਂ ਮਹਾਰਾਜ ਜੀ ਇੱਧਰ ਬਿਪੌਰ ਵੱਲ ਆਏ ਨੇ। ਗੁਰਦੇਵ ਜੀ ਦੇ ਨਾਲ ਮਹਾਰਾਜ ਜੀ ਦਾ ਖਾਲਸਾ ਹੈ, ਸਤਿਗੁਰਾਂ ਦੇ ਸੂਰਬੀਰ ਬਹਾਦਰ ਯੋਧੇ ਸਿੰਘ ਨਾਲ ਹਨ। ਬਜਤ ਜਾਤ ਰਣਜੀਤ ਅਗਾਰੀ। ਸਤਿਗੁਰੂ ਜੀ ਦੇ ਅੱਗੇ ਅੱਗੇ ਰਣਜੀਤ ਨਗਾਰਾ ਵੱਜਦਾ ਜਾ ਰਿਹਾ ਹੈ। ਮਹਾਰਾਜ ਜੀ ਦਾ ਨਗਾਰਚੀ ਭਾਈ ਲੱਖਾ ਸਿੰਘ ਨਗਾਰੇ ਤੇ ਚੋਭਾ ਮਾਰਦਾ ਹੈ। ਤਹਿ ਕੇ ਰਾਵ ਮੁਨੀ ਧੁਨ ਜਬੇ ਸੁਨ। ਤਹਿ ਕੇ ਰਾਵ ਸੁਨੀ ਧੁਨ ਜਬੇ। ਬਿਪੌਰ ਦਾ ਜਿਹੜਾ ਰਾਣਾ ਸੀ, ਉਹਨੇ ਜਦੋਂ ਨਗਾਰੇ ਦੀ ਆਵਾਜ਼ ਆਪਣੇ ਕੰਨਾਂ ਨਾਲ ਸੁਣੀ, ਹਰਕਤ ਹੋਏ ਅਰੂੜੇ ਉਤਬੇ। ਪਤਾ ਕੀਤਾ ਕਿ ਨਗਾਰਾ ਕਿਸ ਦਾ ਵੱਜ ਰਿਹਾ। ਕਿਸੇ ਨੇ ਪੜਤਾਲ ਕਰਕੇ ਦੱਸਿਆ, ਰਾਜਾ ਇਹ ਨਗਾਰਾ ਸਾਹਿਬੇ ਕਮਾਲ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵੱਜ ਰਿਹਾ ਹੈ। ਸੁਣਦਿਆਂ ਬਿਪੌਰ ਦੇ ਰਾਜੇ ਦੇ ਮਨ ਵਿੱਚ ਸਤਿਗੁਰਾਂ ਪ੍ਰਤੀ ਪ੍ਰੇਮ ਜਾਗਿਆ ਕਿ ਮੇਰੇ ਅਹੋ ਭਾਗ ਕਿ ਸਤਿਗੁਰੂ ਜੀ ਅੱਜ ਆਪ ਚੱਲ ਕੇ ਮੇਰੇ ਨਗਰ ਦੇ ਵੱਲ ਆ ਰਹੇ ਨੇ। ਮੇਰਾ ਕਰਤੱਵ ਬਣਦਾ, ਫਰਜ਼ ਬਣਦਾ ਹੈ ਕਿ ਅੱਗੇ ਜਾ ਕੇ ਮੈਂ ਉਹਨਾਂ ਦਾ ਸਵਾਗਤ ਕਰਾਂ, ਉਹਨਾਂ ਦੀ ਸੇਵਾ ਕਰਾਂ। ਨਿਜ ਪਰਦਾਨ ਲਏ ਕੁਛ ਸੰਗ। ਬਿਪੌਰ ਨਗਰ ਦੇ ਰਾਣੇ ਨੇ ਆਪਣੇ ਨਾਲ ਆਪਣੇ ਪ੍ਰਧਾਨ ਵਜ਼ੀਰਾਂ ਨੂੰ, ਆਪਣੇ ਕੁਝ ਖਾਸ ਸਲਾਹਕਾਰ ਅਹਿਲਕਾਰਾਂ ਨੂੰ ਨਾਲ ਲਿਆ ਹੈ। ਦੀਨ ਹਿਤ ਕਰ ਤਿਆਰ ਤੁਰੰਗ। ਔਰ ਸਤਿਗੁਰੂ ਜੀ ਨੂੰ ਭੇਟਾ ਕਰਨ ਵਾਸਤੇ, ਮਹਾਰਾਜ ਜੀ ਦੀ ਨਜ਼ਰ ਕਰਨ ਵਾਸਤੇ ਇਹਨੇ ਇੱਕ ਬੜਾ ਸੁੰਦਰ ਕੀਮਤੀ ਘੋੜਾ ਲਿਆ ਰਾਣੇ ਨੇ। ਉਸ ਘੋੜੇ ਦੇ ਉੱਤੇ ਬੜੀ ਸੁੰਦਰ ਕਾਠੀ ਪਾ ਕੇ ਉਹਨੂੰ ਚੰਗੀ ਤਰ੍ਹਾਂ ਸ਼ਿੰਗਾਰਿਆ ਕਿ ਜਦੋਂ ਸਤਿਗੁਰਾਂ ਨੂੰ ਜਾ ਕੇ ਮਿਲਾਂਗਾ ਤੇ ਇਹ ਘੋੜਾ ਮਹਾਰਾਜ ਜੀ ਦੇ ਚਰਨਾਂ 'ਚ ਭੇਟ ਕਰਾਂਗਾ। ਨਿਕਸ ਨਗਰ ਤੇ ਬਾਹਿਰ ਆਇਓ। ਜਿੱਧਰੋਂ ਸਤਿਗੁਰੂ ਜੀ ਆ ਰਹੇ ਸਨ,
ਇਹ ਬਿਪੌਰ ਨਗਰ ਤੋਂ ਬਾਹਰ ਆ ਕੇ ਅੱਗੇ ਆ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਆਇਆ ਹੈ। ਜਿਤ ਤੁਨ ਸੁਨੀ ਤਿਤੈ ਕੋ ਤਾਇਓ। ਜਿੱਧਰੋਂ ਨਗਾਰੇ ਦੀ ਆਵਾਜ਼ ਸੁਣਾਈ ਦਿੰਦੀ ਸੀ ਉਸੇ ਪਾਸੇ ਆਪਣੇ ਵਜ਼ੀਰਾਂ ਅਹਿਲਕਾਰਾਂ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾਵਾਂ ਅਰਪਣ ਕਰਨ ਵਾਸਤੇ ਰਾਜਾ ਚੱਲ ਪਿਆ। ਪ੍ਰਥਮ ਸਚਿਵ ਕੋ ਨਿਕਟ ਪਠਾਏ। ਪਹਿਲਾਂ ਆਪਣਾ ਇੱਕ ਵਜ਼ੀਰ ਬੜੀ ਤੇਜ਼ੀ ਨਾਲ ਅੱਗੇ ਭੇਜਿਆ ਕਿ ਤੁਸੀਂ ਜਾ ਕੇ ਪਹਿਲਾਂ ਸਤਿਗੁਰਾਂ ਨੂੰ ਮਿਲੋ। ਆਪ ਗਇਓ ਤੂਰਨ ਤਵ ਤਾਏ। ਤੇ ਫਿਰ ਉਹਨੇ ਜਾ ਕੇ ਸਤਿਗੁਰਾਂ ਨੂੰ ਬੇਨਤੀ ਕਰਕੇ ਰੋਕਿਆ। ਫਿਰ ਪਿੱਛੇ ਰਾਜਾ ਬਿਪੌਰ ਜਿਹੜਾ ਸੀ ਇਹ ਬੜੀ ਕਾਹਲੀ ਨਾਲ ਚੱਲ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਲਈ ਹਾਜ਼ਰ ਹੋਇਆ। ਦੇਖਤ ਉਤਰ ਤੁਰੰਗ ਤੇ ਆਇਓ। ਮਹਾਰਾਜ ਜੀ ਦੇ ਦੂਰੋਂ ਦਰਸ਼ਨ ਕਰਕੇ ਇਹ ਆਪਣੇ ਘੋੜੇ ਤੋਂ ਥੱਲੇ ਉਤਰਿਆ। ਮਹਾਰਾਜ ਜੀ ਦੇ ਅਦਬ ਲਈ ਸਤਿਕਾਰ ਵਾਸਤੇ ਘੋੜੇ ਤੋਂ ਥੱਲੇ ਲੱਥ ਕੇ ਪੈਦਲ ਚੱਲ ਕੇ ਮਹਾਰਾਜ ਜੀ ਵੱਲ ਆਇਆ ਹੈ। ਚਰਨ ਸਰੋਜਨ ਕੋ ਲਪਟਾਇਓ। ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਦੇ ਨਾਲ ਇਹ ਰਾਜਾ ਬਿਪੌਰ ਜਾ ਕੇ ਲਪਟ ਗਿਆ ਹੈ। ਸ਼੍ਰੀ ਪ੍ਰਭ ਕਿਰਪਾ ਕਰੀ ਇਤੇ ਆਏ। ਮਹਾਰਾਜ ਆਪ ਜੀ ਨੇ ਬੜੀ ਦਇਆ ਕੀਤੀ ਹੈ। ਆਪ ਜੀ ਨੇ ਬੜੀ ਕਿਰਪਾ ਕੀਤੀ ਹੈ। ਆਪ ਜੀ ਕਿਰਪਾ ਕਰਕੇ ਇੱਥੇ ਮੇਰੇ ਕੋਲ ਚੱਲ ਕੇ ਆਏ ਹੋ, ਇਸ ਪਾਸੇ ਚੱਲ ਕੇ ਆਏ ਹੋ। ਮੋਹਿ ਆਪਨੋ ਲੀਨ ਬਨਾਏ। ਮਹਾਰਾਜ ਆਪ ਜੀ ਦਾ ਤਰਸ ਹੈ ਕਿ ਆਪ ਜੀ ਨੇ ਮੇਰੇ ਵੱਲ ਦ੍ਰਿਸ਼ਟੀ ਕੀਤੀ ਤੇ ਇਸ ਪਾਸੇ ਚੱਲ ਕੇ ਆਏ ਹੋ ਔਰ ਮੈਨੂੰ ਤੁਸੀਂ ਆਪਣਾ ਕਰਕੇ ਆਪਣਾ ਜਾਣ ਕੇ ਆਏ ਹੋ। ਮੈਂ ਅਤਮੰਦ ਨਾ ਮੈਂ ਮਾ ਜਾਨੀ। ਮਹਾਰਾਜ ਮੈਂ ਬੜੀ ਮਾੜੀ ਮੱਤ ਵਾਲਾ ਹਾਂ ਕਿ ਤੁਹਾਡੀ ਭਾਰੀ ਤੇ ਵੱਡੀ ਮਹਿਮਾ ਨਹੀਂ ਜਾਣ ਸਕਿਆ। ਹਾਲਾਂਕਿ ਬਿਪੌਰ ਤੋਂ ਸ੍ਰੀ ਅਨੰਦਪੁਰ ਸਾਹਿਬ ਭਲਾ ਕਿੰਨੀ ਕੁ ਦੂਰ ਹੈ, ਪਰ ਮੇਰੇ ਮਾੜੇ ਭਾਗ ਕਿ ਮੈਂ ਆ ਕੇ ਤੁਹਾਡੇ ਦਰਸ਼ਨ ਨਹੀਂ ਕਰ ਸਕਿਆ, ਤੁਹਾਡੀ ਮਹਿਮਾ ਨਹੀਂ ਜਾਣ ਸਕਿਆ। ਨਹੀਂ ਸ਼ਰਨ ਪਕਰੀ ਸੁਖ ਖਾਨੀ। ਇਹ ਸੁੱਖਾਂ ਦੀ ਖਾਨ ਸਤਿਗੁਰੂ ਜੀ ਮੈਂ ਆ ਕੇ ਤੁਹਾਡੀ ਸ਼ਰਨ ਨਹੀਂ ਗ੍ਰਹਿਣ ਕੀਤੀ। ਆਪ ਆ ਕੇ ਚੱਲ ਕੇ ਤੁਹਾਡੀ ਸ਼ਰਨ ਵਿੱਚ ਨਹੀਂ ਆਇਆ। ਚਲੋ ਨਗਰ ਕਰ ਪਾਵਨ ਪਾਵਨ। ਮਹਾਰਾਜ ਕਿਰਪਾ ਕਰੋ, ਆਪ ਜੀ ਮੇਰੇ ਨਗਰ ਦੇ ਨੇੜੇ ਆਏ ਹੋ, ਚੱਲ ਕੇ ਆਪਣੇ ਪਵਿੱਤਰ ਚਰਨ ਮੇਰੇ ਨਗਰ ਵਿੱਚ ਪਾ ਕੇ ਮੇਰੇ ਨਗਰ ਨੂੰ ਵੀ ਭਾਗਸ਼ਾਲੀ ਬਣਾਓ। ਇਸ ਨਗਰ ਨੂੰ ਵੀ ਆਪ ਜੀ ਪਾਵਨ ਕਹੀਏ, ਪਵਿੱਤਰ ਕਰੋ ਮਹਾਰਾਜ, ਕਿਉਂਕਿ ਜਿੱਥੇ ਆਪ ਜੀ ਦੇ ਚਰਨ ਪੈਂਦੇ ਹਨ ਉਹ ਥਾਂ ਭਾਗਸ਼ਾਲੀ ਤੇ ਪਵਿੱਤਰ ਹੋ ਜਾਂਦੀ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਮਹਾਰਾਜ ਜਿੱਥੇ ਆਪ ਜੀ ਚੱਲ ਕੇ ਬੈਠਦੇ ਹੋ, ਜਿੱਥੇ ਚੱਲ ਕੇ ਆਪ ਜੀ ਆਪਣੇ ਚਰਨ ਪਾਉਂਦੇ ਹੋ ਉਹ ਥਾਂ ਭਾਗਸ਼ਾਲੀ ਤੇ ਪਵਿੱਤਰ ਹੋ ਜਾਂਦਾ ਹੈ। ਸਗਰੇ ਮੰਦਰ ਕਰੀਏ ਪਾਵਨ। ਮਹਾਰਾਜ ਕਿਰਪਾ ਕਰੋ, ਦਇਆ ਕਰੋ ਮਹਾਰਾਜ, ਮੇਰੇ ਸਾਰੇ ਮੰਦਰ ਜੋ ਮੇਰੇ ਮਹਿਲ ਨੇ ਜੋ ਆਪ ਜੀ ਦੇ ਬਖਸ਼ੇ ਹੋਏ ਨੇ ਉਹਨਾਂ ਨੂੰ ਆਪ ਜੀ ਕਿਰਪਾ ਕਰਕੇ ਸਵੱਲੀ ਦ੍ਰਿਸ਼ਟੀ ਕਰਕੇ ਪਵਿੱਤਰ ਕਰੋ। ਇਤਿਆਦਿਕ ਜਬ ਕੀਨ ਬਿਨੰਤੀ। ਰਾਣੇ ਬਿਪੌਰ ਨੇ ਬੜੇ ਪਿਆਰ ਨਾਲ ਅਦਬ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਦੋਂ ਇਸ ਤਰ੍ਹਾਂ ਸਨੇਮਰ ਭਾਵ ਨਾਲ ਬੇਨਤੀ ਕੀਤੀ, ਧਰੇ ਕਿਰਪਾ ਤਜ ਔਰੇ ਗਿਣਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਦੇ ਵੱਲ ਕਿਰਪਾ ਦ੍ਰਿਸ਼ਟੀ ਕੀਤੀ। ਭਾਵਨਾ ਵੇਖੀ ਰਾਣੇ ਬਿਪੌਰ ਦੀ, ਸਾਰੀਆਂ ਗਿਣਤੀਆਂ ਮਿਣਤੀਆਂ ਛੱਡ ਕੇ ਕਲਗੀਧਰ ਪਾਤਸ਼ਾਹ ਜੀ ਨੇ ਇਸ ਵੱਲ ਕਿਰਪਾ ਦ੍ਰਿਸ਼ਟੀ ਕਰਕੇ ਵੇਖਿਆ ਹੈ। ਜੇ ਕਰ ਤੋ ਔਰ ਪਾਓ ਬਿਸਾਲੇ। ਮਹਾਰਾਜ ਜੀ ਕਹਿੰਦੇ, ਹੇ ਰਾਜਾ, ਜੇਕਰ ਤੇਰੇ ਮਨ 'ਚ ਇਹੋ ਜਿਹਾ ਭਾਉ ਹੈ, ਜੇਕਰ ਤੇਰੇ ਹਿਰਦੇ ਵਿੱਚ ਇਸ ਤਰ੍ਹਾਂ ਦਾ ਪ੍ਰੇਮ ਹੈ, ਚਲੋ ਬਿਲੋ ਕਹਿੰਗੇ ਗ੍ਰਹਿ ਚਾਲੇ। ਚਲੋ ਰਾਜਾ ਜੀ ਅਸੀਂ ਨਾਲ ਚੱਲਦੇ ਹਾਂ ਤੁਹਾਡੇ ਔਰ ਚੱਲ ਕੇ ਤੁਹਾਡਾ ਘਰ ਤੁਹਾਡਾ ਮਹਿਲ ਵੇਖਦੇ ਹਾਂ। ਦੀ ਕਰ ਪੇਟ ਅਗਾਰੀ ਹੋਵਾ। ਰਾਜਾ ਬਿਪੌਰ ਬੜਾ ਸੋਹਣਾ ਘੋੜਾ ਲਿਆਇਆ ਸੀ ਸ਼ਿੰਗਾਰ ਕੇ, ਇਹਦੇ ਤੋਂ ਇਲਾਵਾ ਕੁਝ ਹੋਰ ਭੇਟਾਵਾਂ ਲਿਆਇਆ ਸੀ।
ਮਹਾਰਾਜ ਜੀ ਨੂੰ ਭੇਟਾ ਕਰਕੇ ਸਤਿਗੁਰਾਂ ਦੀ ਨਜ਼ਰ ਕਰਕੇ ਬੜੇ ਅਦਬ ਸਤਕਾਰ ਨਾਲ ਸਤਿਗੁਰੂ ਜੀ ਨੂੰ ਆਪਣੇ ਨਾਲ ਲੈ ਕੇ ਆਪਣੇ ਨਗਰ ਬਿਪੌਰ ਨੂੰ ਟੁਰਿਆ ਹੈ। ਸਨੇ ਸਨੇ ਚੱਲ ਮਾਰਗ ਜੋਆ। ਸਹਜੇ ਸਹਜੇ ਮਹਾਰਾਜ ਜੀ ਦੇ ਨਾਲ ਚੱਲਦੇ ਜਾ ਰਹੇ ਨੇ। ਬੜਾ ਸੁੰਦਰ ਰਮਣੀਕ ਇਲਾਕਾ ਹੈ, ਬੜੀ ਸੋਹਣੀ ਹਰਿਆਵਲ ਹੈ, ਲਾਗਿਓਂ ਦਰਿਆ ਵਗਦਾ ਹੈ। ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਦੇ ਨਾਲ ਸਹਿਜੇ ਸਹਿਜੇ ਸਾਰਾ ਇਲਾਕਾ ਵੇਖਦਿਆਂ ਜਾ ਰਹੇ ਨੇ। ਨਿਜਪੁਰ ਮੈਂ ਪ੍ਰਭ ਆਨ ਉਤਾਰੇ। ਔਰ ਆਪਣੇ ਨਗਰ ਬਿਪੌਰ ਵਿੱਚ ਸਤਿਗੁਰਾਂ ਦਾ ਉਤਾਰਾ ਕਰਵਾਇਆ, ਜਿੱਥੇ ਅੱਜ ਕੱਲ ਮਹਾਰਾਜ ਕਲਗੀਧਰ ਪਾਤਸ਼ਾਹ ਦਾ ਪਵਿੱਤਰ ਸਥਾਨ ਹੈ। ਲਾਗੇ ਨਵਾਣ ਵਾਲੇ ਪਾਸੇ ਵੱਡਾ ਡੈਮ ਹੈ, ਦਰਿਆ ਹੈ, ਕਿਨਾਰੇ ਉੱਤੇ ਬਹੁਤ ਹੀ ਸੁੰਦਰ ਰਮਣੀਕ ਸਥਾਨ ਮਹਾਰਾਜ ਗੁਰੂ ਕਲਗੀਧਰ ਦਾ ਸੋਭਨੀਕ ਹੈ। ਹਰ ਸਾਲ ਭਾਦਰੋਂ ਸੁਦੀ ਅਸ਼ਟਮੀ ਵਾਲੇ ਦਿਨ ਇਸ ਪਵਿੱਤਰ ਪਾਵਨ ਸਥਾਨ ਤੇ ਵੱਡੇ ਜੋੜ ਮੇਲੇ ਹੁੰਦੇ ਨੇ। ਚੌਪਈ ਸਾਹਿਬ ਦਾ ਸਿਰਜਣਾ ਦਿਵਸ ਹਰ ਸਾਲ ਇਸ ਪਵਿੱਤਰ ਪਾਵਨ ਸਥਾਨ ਤੇ ਮਨਾਇਆ ਜਾਂਦਾ ਹੈ। ਪਿਛਲੇ ਮਹੀਨੇ ਹੀ ਉਹ ਦਿਨ ਲੰਘ ਕੇ ਪਿਛਲੇ ਸਾਲ ਦਾਸ ਨੇ ਵੀ ਹਾਜ਼ਰੀ ਭਰੀ ਸੀ। ਭਾਦਰੋਂ ਸੁਦੀ ਅਸ਼ਟਮੀ ਵਾਲੇ ਦਿਨ ਬਹੁਤ ਹੀ ਪਾਵਨ ਪਵਿੱਤਰ ਸਥਾਨ ਹੈ ਕਲਗੀਧਰ ਪਾਤਸ਼ਾਹ ਦਾ। ਤੋ ਦਇਆਨਿਧ ਸੁਆਮੀ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਬਿਪੌਰ ਦੇ ਵਿੱਚ ਰਾਜੇ ਨੇ ਬੜੇ ਪਿਆਰ ਨਾਲ ਸਤਿਗੁਰਾਂ ਦਾ ਡੇਰਾ ਕਰਵਾਇਆ। ਸੇਵਾ ਕੀਨੀ ਅਨੇਕ ਪ੍ਰਕਾਰੇ। ਅਨੇਕ ਪ੍ਰਕਾਰ ਨਾਲ ਮਹਾਰਾਜ ਜੀ ਦੀ ਸੇਵਾ ਰਾਜੇ ਨੇ ਕੀਤੀ। ਫੌਜਾਂ ਨੇ ਨਾਲ ਸਤਿਗੁਰਾਂ ਦੇ ਘੋੜਿਆਂ ਦੇ ਦਾਣੇ ਪੱਠੇ ਦਾ ਪ੍ਰਬੰਧ ਕਰਨਾ, ਸਿੰਘਾਂ ਦੇ ਆਸਣ ਲਵਾਣੇ, ਕਿਸੇ ਨੂੰ ਜੇ ਬਿਸਤਰੇ ਦੀ ਲੋੜ ਹੈ, ਆਸਣ ਦੀ ਜ਼ਰੂਰਤ ਹੈ, ਤਾਂ ਇਸ ਪ੍ਰਕਾਰ ਨਾਲ ਸਾਰਿਆਂ ਦਾ ਡੇਰਾ ਕਰਵਾਇਆ ਤੇ ਸੇਵਾ ਟਹਿਲ ਰਾਜੇ ਨੇ ਕੀਤੀ ਹੈ। ਭਖਿਆ ਭੋਜ ਲਿਹਜ ਅਰ ਚੋਸਾ। ਖਾਲਸਾ ਜੀ 4 ਪ੍ਰਕਾਰ ਦੇ ਪਕਵਾਨ ਹੁੰਦੇ ਆ ਛਕਣ ਵਾਸਤੇ, ਭਖ, ਭੋਜ, ਲੇਹਜ ਤੇ ਚੋਸਾ। ਚੂਸ ਕੇ ਖਾਣ ਵਾਲੀਆਂ ਚੀਜ਼ਾਂ ਜਿਵੇਂ ਕਿ ਅੰਬ ਹੁੰਦਾ ਹੈ, ਗੰਨਾ ਹੁੰਦਾ ਹੈ, ਉਹ ਕਹੇ ਜਾਂਦੇ ਨੇ ਚੋਸੇ। ਭਖ ਜਿਹੜੇ ਚੱਬ ਕੇ ਖਾਦੇ ਜਾਣ। ਇਸੇ ਤਰ੍ਹਾਂ ਭੋਜ ਜਿਵੇਂ ਦਾਣੇ ਵਗੈਰਾ ਹੁੰਦੇ ਆ ਨਾ, ਚੱਬ ਕੇ ਖਾਣ ਵਾਲੀਆਂ ਚੀਜ਼ਾਂ, ਤੋ ਭੋਜਨ ਵਗੈਰਾ ਉਹਨੂੰ ਭੋਜ ਕਹਿ ਦਿੰਦੇ ਹਨ। ਤੋ ਇਸੇ ਪ੍ਰਕਾਰ ਲੇਹਜ ਦਾ ਮਤਲਬ ਹੁੰਦਾ ਵੀ ਜਿਵੇਂ ਜੂਸ ਵਗੈਰਾ ਹੁੰਦੇ ਨੇ, ਪੇय ਪਦਾਰਥ। ਇਹ 4 ਹੀ ਤਰ੍ਹਾਂ ਦੀਆਂ, ਇਹ 4 ਹੀ ਪ੍ਰਕਾਰ ਦੇ ਪਕਵਾਨ ਰਾਜੇ ਨੇ ਮਹਾਰਾਜ ਜੀ ਦੇ ਚਰਨਾਂ 'ਚ ਲਿਆ ਕੇ ਭੇਟ ਕੀਤੇ ਹਨ। ਕਰ ਤਿਆਰ ਵੱਡ ਥਾਰ ਪਰੋਸਾ। ਤਿਆਰ ਕਰਵਾ ਕੇ ਵੱਡਾ ਥਾਲ ਮਹਾਰਾਜ ਜੀ ਦੇ ਅੱਗੇ ਪਰੋਸਿਆ ਹੈ। ਚੌਕੀ ਚਾਰੂ ਵਿਸਾਲ ਡਸਾਏ। ਬੜੀ ਸੁੰਦਰ ਚੌਂਕੀ ਚੰਦਨ ਦੀ ਮਹਾਰਾਜ ਜੀ ਲਈ ਵਿਛਾਈ ਹੈ। ਇਸ ਪਰ ਸੁਜਨੀ ਬਿਸਦ ਵਿਛਾਏ। ਔਰ ਉਸ ਚੌਂਕੀ ਦੇ ਉੱਤੇ ਚਿੱਟੇ ਰੰਗ ਦੀ ਜਿਹੜੀ ਸੁਜਨੀ ਹੁੰਦੀ ਹੈ, ਸੁਜਨੀ ਦਾ ਮਤਲਬ ਹੁੰਦਾ ਚਿੱਟੇ ਰੰਗ ਦਾ ਇੱਕ ਗੱਦਾ, ਉਸ ਚੰਦਨ ਦੀ ਚੌਂਕੀ ਦੇ ਉੱਤੇ ਵਿਛਾਇਆ, ਉੱਤੇ ਸੋਹਣਾ ਬਿਸਤਰਾ ਵਿਛਾਇਆ, ਚਾਦਰ ਵਿਛਾਈ ਹੈ। ਤਾਂ ਪਰ ਬਿਨਤੀ ਭਾਖ ਬਿਠਾਏ। ਔਰ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਉਸ ਚੌਂਕੀ ਦੇ ਉੱਤੇ ਬੜੇ ਅਦਬ ਨਾਲ ਸਤਿਗੁਰਾਂ ਨੂੰ ਬਿਠਾਇਆ ਹੈ। ਦੂਸਰ ਚੌਂਕੀ ਅਗਰ ਟਿਕਾਏ। ਇੱਕ ਚੌਂਕੀ ਮਹਾਰਾਜ ਜੀ ਦੇ ਅੱਗੇ ਰੱਖੀ ਹੈ ਜਿਹਦੇ ਤੇ ਥਾਲ ਪਰੋਸਣਾ। ਇੱਕ ਚੌਂਕੀ ਵੱਡੀ ਪਿਛਲੇ ਪਾਸੇ ਪਾਤਸ਼ਾਹ ਦੇ ਬੈਠਣ ਲਈ, ਇੱਕ ਚੌਂਕੀ ਮਹਾਰਾਜ ਜੀ ਦੇ ਅੱਗੇ ਰੱਖੀ ਹੈ ਜਿਹਦੇ ਤੇ ਪ੍ਰਸ਼ਾਦੇ ਦਾ ਥਾਲ ਪਰੋਸ ਕੇ ਮਹਾਰਾਜ ਜੀ ਲਈ ਰੱਖਣਾ ਹੈ। ਇਸ ਪਰ ਥਾਰ ਪਰੋਸ ਤਰਿਓ ਹੈ। ਉਹਦੇ ਤੇ ਥਾਲ ਮਹਾਰਾਜ ਜੀ ਦੇ ਅੱਗੇ ਪ੍ਰਸ਼ਾਦਾ, ਕਈ ਪ੍ਰਕਾਰ ਦੇ ਭੋਜਨ ਪਰੋਸ ਕੇ ਰਾਜੇ ਨੇ ਰੱਖੇ ਹਨ। ਹੱਥ ਜੋੜ ਟਿਗ ਆਪ ਖਰਿਓ ਹੈ। ਔਰ ਆਪ ਰਾਜਾ ਹੱਥ ਜੋੜ ਕੇ ਮਹਾਰਾਜ ਜੀ ਦੇ ਕੋਲ ਖੜ ਗਿਆ, ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਸਤਿਗੁਰਾਂ ਦੇ ਕੋਲ ਹੱਥ ਜੋੜ ਕੇ ਖੜਾ ਸਤਿਗੁਰਾਂ ਨੂੰ ਭੋਜਨ ਛਕਾਉਣ ਲਈ। ਦਾਸ ਅਨੇਕ ਸੇਵ ਪਰ ਲਾਏ। ਸੇਵਾਦਾਰ ਸੇਵਾ ਵਿੱਚ ਲੱਗੇ ਹੋਏ ਹਨ। ਲੀਕਰ ਬਿਜਨਾ ਆਪ ਚੁਲਾਏ। ਔਰ ਕਹਿੰਦੇ ਰਾਜਾ ਆਪ ਆਪਣੇ ਹੱਥੀਂ ਨਾ ਪੱਖਾ ਫੜਿਆ ਹੋਇਆ ਤੇ ਆਪ ਆਪਣੇ ਹੱਥੀਂ ਪੱਖਾ ਝੱਲਣ ਦੀ ਸੇਵਾ ਕਰਦਾ ਹੈ।
ਆਪ ਹੱਥੀਂ ਪੱਖਾ ਝੱਲਣ ਦੀ ਸੇਵਾ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ। ਸਭ ਸਿੰਘਨ ਕੋ ਪੁਨ ਵਰਤਾਇਓ। ਪਾਣੀ ਪੱਖਾ ਪੀਸ ਦਾਸ ਕਹਿ ਤਬ ਹੋਏ ਨਿਹਾਲ। ਏਦਾਂ ਦੀ ਭਾਵਨਾ ਹੈ ਗੁਰਸਿੱਖਾਂ ਅੰਦਰ ਗੁਰੂ ਖਾਲਸਾ ਜੀ। ਪਾਣੀ ਪੱਖਾ ਪੀਸ ਦਾਸ ਕਹਿ ਤਬ ਹੋਏ ਨਿਹਾਲ। ਰਾਜ ਮਿਲਖ ਸਿਖਦਾਰੀਆਂ ਅਗਨੀ ਮਹਿਜਾਲ। ਇਹ ਭਾਵਨਾ। ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ। ਗ੍ਰਹਿ ਸਾਕਤ ਛਤ ਹੀ ਪ੍ਰਕਾਰ ਤੇ ਬਿਖੂ ਸਮਾਨ। ਭਗਤ ਜਨਾ ਕਾ ਲੂਗਰਾ ਓੜ ਨਗਨ ਨਾ ਹੋਈ। ਸਾਕਤ ਸਿਰੇ ਪਾਉ ਰੇਸ਼ਮੀ ਪਹਿਰਤ ਪਤ ਖੋਈ। ਇਹ ਭਾਵਨਾ ਹੁੰਦੀ ਹੈ ਸਿੱਖਾਂ ਅੰਦਰ। ਤੋ ਮਹਾਰਾਜ ਜੀ ਦੇ ਬੜੇ ਪਿਆਰ ਨਾਲ ਇਹਨੇ ਪੱਖਾ ਝੱਲਣ ਦੀ ਨਾਲ ਸੇਵਾ ਕਰਦਾ ਹੈ। ਸਭ ਸਿੰਘਨ ਕੋ ਪੁਨ ਵਰਤਾਇਓ। ਪਹਿਲਾਂ ਸਤਿਗੁਰਾਂ ਨੂੰ ਭੋਜਨ ਛਕਾ ਕੇ ਫਿਰ ਬਾਕੀ ਸਾਰੇ ਖਾਲਸੇ ਨੂੰ ਸਿੰਘਾਂ ਨੂੰ ਭੋਜਨ ਵਰਤਾਇਆ। ਸਵਾਦਲ ਭੋਜਨ ਕਰੈ ਅਚਾਇਓ। ਬੜਾ ਸਵਾਦੀ ਭੋਜਨ ਬਣਿਆ ਜਿਹਦੇ ਵਿੱਚ ਪ੍ਰੇਮ ਭਾਵ ਮਿਲਿਆ ਹੋਇਆ। ਸਾਰਿਆਂ ਨੇ ਮਨ ਭਾਉਂਦਾ ਭੋਜਨ ਛਕਿਆ ਹੈ। ਸੀਤਲ ਪਾਣੀ ਪਾਨ ਕਰਾਏ। ਔਰ ਨਾਲ ਸ਼ੀਤਲ ਠੰਡਾ ਜਲ ਸਾਰਿਆਂ ਨੇ ਛਕਿਆ ਹੈ। ਗੁਰ ਤੇ ਖੁਸ਼ੀ ਲਈ ਬਹੁ ਪਾਏ। ਏਦਾਂ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਭੋਜਨ ਛਕ ਕੇ ਸਿੰਘਾਂ ਨੇ ਚੁੜਾ ਪੜਿਆ ਕਿ ਦਾਣਾ ਪਾਣੀ ਗੁਰੂ ਕਾ ਟਹਿਲ ਪਾਣੀ ਸਿੱਖਾਂ ਸੇਵਕਾਂ ਕੀ। ਮਹਾਰਾਜ ਜਿਨ੍ਹਾਂ ਖਜ਼ਾਨਿਆਂ ਚੋਂ ਰਸਤਾਂ ਬਸਤਾਂ ਆਈਆਂ ਖਜ਼ਾਨੇ ਭਰਪੂਰ ਕਾਲ ਕੰਟਕ ਦੂਰ। ਲੋ ਲੰਗਰ ਤਪਦੇ ਰਹਿਣ ਪੰਥ ਖਾਲਸਾ ਛਕਦਾ ਛਕਾਂਦਾ ਰੇ। ਛਕਦਿਆਂ ਨੂੰ ਛਕਾਂਦਿਆਂ ਨੂੰ ਆਪ ਜੀ ਦਾ ਪਵਿੱਤਰ ਨਾਮ ਚੇਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਭਲਾ। ਏਦਾਂ ਅਰਦਾਸਾਂ ਕਰਨ ਤੋਂ ਬਾਅਦ ਸਿੰਘ ਆਸਣਾ ਤੋਂ ਉੱਠੇ ਹਨ। ਸੁੰਦਰ ਮੰਦਰ ਸੋਧ ਉਚੇਰਾ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦਾ ਉਤਾਰਾ ਬੜੇ ਸੋਹਣੇ ਟਿਕਾਣੇ ਤੇ ਕਰਵਾਇਆ, ਸਥਾਨ ਤੇ ਕਰਵਾਇਆ ਹੈ। ਤਹਾਂ ਪ੍ਰਿਅੰਕ ਡਸਾਏ ਬਡੇਰਾ। ਮਹਾਰਾਜ ਜੀ ਦੇ ਬਿਰਾਜਣ ਲਈ ਬੜਾ ਸੁੰਦਰ ਵੱਡਾ ਪਲੰਘਾ ਉਹ ਰਾਜੇ ਵਿਭੋਰ ਨੇ ਵਿਛਾਇਆ ਹੈ। ਮ੍ਰਿਦੁਲ ਬਿਸਤ ਬਰ ਛਾਦ ਵਿਛੋਨਾ। ਔਰ ਉਹਦੇ ਤੇ ਬੜਾ ਮਿਰਦਲ ਕੂਲਾ ਜਿਹਾ ਵਿਛੋਣਾ ਔਰ ਚਿੱਟੇ ਰੰਗ ਦੀ ਜਿਹੜੀ ਚਾਦਰ ਵਿਛੋਣਾ ਉਹ ਵਿਛਾਇਆ ਹੈ। ਸੇਜ ਬੰਦ ਬੰਦੇ ਵਿੱਚ ਪਾਉਣਾ। ਫਿਰ ਉਹਦੇ ਤੇ ਸੇਜਾ ਬੰਦ ਬੰਨ ਕੇ ਉਹਨੂੰ ਬੜੇ ਸੋਹਣੇ ਭੌਣ ਦੇ ਵਿੱਚ ਰੱਖਿਆ ਹੈ। ਹਿਤ ਆਰਾਮ ਗੁਰ ਕੋ ਲੈ ਗਇਓ। ਸਤਿਗੁਰਾਂ ਦੇ ਆਰਾਮ ਵਾਸਤੇ ਮਹਾਰਾਜ ਜੀ ਨੂੰ ਨਾਲ ਲੈ ਕੇ ਰਾਜਾ ਲੈ ਕੇ ਹਾਜ਼ਰ ਹੋਇਆ ਸੁੰਦਰ ਭਵਨ ਵਿੱਚ ਜਿੱਥੇ ਮਹਾਰਾਜ ਜੀ ਦਾ ਆਸਣ ਬਣਾਇਆ ਹੈ। ਪੋੜ ਰਾਏ ਪ੍ਰਭ ਸੁਖ ਕੋ ਲਹਿਓ। ਮਹਾਰਾਜ ਜੀ ਪਲਗੇ ਤੇ ਆਣ ਕੇ ਬਿਰਾਜੇ ਹਨ। ਸੁਖ ਲਿਆ ਮਹਾਰਾਜ ਜੀ ਨੇ। ਕਲਗੀਧਰ ਪਾਤਸ਼ਾਹ ਨੇ ਸੁਖ ਲਿਆ। ਖਾਲਸੇ ਦੇ ਬੋਲੇ ਵਿੱਚ ਸੌਣ ਨੂੰ ਜਾਂ ਨੀਂਦ ਲੈਣ ਨੂੰ, ਸੌਣਾ ਜਾਂ ਨੀਂਦ ਲੈਣਾ ਨਹੀਂ ਕਹਿੰਦੇ। ਏਦਾਂ ਵੀ ਕਹਿ ਦਿੰਦੇ ਆ ਵੀ ਖਾਲਸਾ ਸੁਖ ਲੈਂਦਾ ਹੈ, ਜਾਂ ਫਿਰ ਕਹਿ ਦਿੰਦੇ ਆ ਖਾਲਸਾ ਡਿੰਗ ਬੜਿੰਗ ਹੋਣ ਲੱਗਾ। ਜੇ ਕੋਈ ਕਹੇ ਤਾਂ ਕੋਈ ਵੀ ਮੈਂ ਸੌਣ ਲੱਗਾ ਤੇ ਅੱਗੋਂ ਕਹਿੰਦੇ ਆ ਨਿਹੰਗ ਸਿੰਘ ਕਹਿੰਦੇ ਬਈ ਸੌਂਦੀ ਤਾਂ ਸੁਸਰੀ ਹੁੰਦੀ ਹੈ। ਉਹ ਕਹਿੰਦੇ ਚਲੋ ਪੈਣ ਲੱਗਾ ਕਹਿੰਦੇ ਪੈਂਦੇ ਤਾਂ ਕੁੱਤੇ ਹੁੰਦੇ ਐ। ਨਹੀਂ ਵੀ ਮੈਂ ਲੇਟਣ ਲੱਗਾ ਕਹਿੰਦੇ ਲੇਟਦੇ ਤਾਂ ਗਧੇ ਹੁੰਦੇ ਐ। ਉਹ ਮਹਾਰਾਜ ਫਿਰ ਕੀ ਕਰਨ ਲੱਗੇ? ਉਹ ਕਹਿੰਦੇ ਖਾਲਸਾ ਦਾ ਡਿੰਗ ਬੜਿੰਗ ਹੋਣ ਲੱਗਾ, ਜਾਂ ਫਿਰ ਖਾਲਸਾ ਸੁਖ ਲੈਣ ਲੱਗਾ ਹੈ। ਤੋ ਇਸ ਪ੍ਰਕਾਰ ਇਹ ਖਾਲਸੇ ਦੇ ਬੋਲੇ ਹਨ। ਭਾਈ ਸਾਹਿਬ ਨੇ ਸੁਖ ਲੈਣਾ ਸ਼ਬਦ ਵਰਤਿਆ ਹੈ। ਭਾਈ ਸੰਤੋਖ ਸਿੰਘ ਜੀ ਨੇ ਖਾਲਸੀ ਬੋਲਾ ਹੈ ਕਿ ਕਲਗੀਧਰ ਜੀ ਨੇ ਪਲੰਘਿਆਂ ਤੇ ਸੋਹਣੇ ਆਸਣਾ ਤੇ ਸੁਖ ਲਿਆ ਹੈ। ਸਕਲ ਹਯਨ ਕੋ ਤ੍ਰਿਣ ਅਰਦਾਨਾ। ਘੋੜਿਆਂ ਵਾਸਤੇ ਘਾਹ ਦਾਣੇ ਪੱਠੇ ਦਾ ਜਿਹੜਾ ਪ੍ਰਬੰਧ ਹੈ। ਕਰਿਓ ਤ੍ਰਿਪਤ ਜੁਤ ਸੇਵ ਮਹਾਨਾ। ਰਾਜੇ ਵਿਭੋਰ ਨੇ ਬੜੇ ਪਿਆਰ ਨਾਲ ਸਾਰਿਆਂ ਦੀ ਸੇਵਾ ਕੀਤੀ ਹੈ। ਸਤਿਗੁਰਾਂ ਦੇ ਘੋੜਿਆਂ ਦੀ ਸੇਵਾ ਟਹਿਲ ਕੀਤੀ ਹੈ। ਸੁਪਤ ਜਥਾ ਸੁਖ ਰਾਤ ਬਿਤਾਈ। ਔਰ ਸੁਖ ਦੇ ਨਾਲ ਆਪਣੇ ਆਸਣਾ ਤੇ ਸੁਖ ਮਾਣਿਆ, ਨੀਂਦ ਲਈ ਹੈ। ਜਾਗੇ ਪ੍ਰਭ ਪ੍ਰਭਾਤ ਹੋਏ ਆਈ। ਪੈਰ ਰਾਤ ਰਹਿੰਦਿਆਂ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਉੱਠਣ ਦਾ ਨੇਮ ਹੈ। ਗੁਰਦੇਵ ਉੱਠੇ ਹਨ। ਸੋਚ ਇਸ਼ਨਾਨ ਠਾਨ ਕਰ ਆਛੇ। ਜਾ ਕੇ ਸਰੀਰ ਦੀ ਕਿਰਿਆ ਸੋਧੀ ਹੈ। ਦਾਤਣ ਕੁਰਲਾ ਕੀਤਾ ਹੈ। ਇਸ਼ਨਾਨ ਪਾਨ ਕੀਤੇ ਹਨ। ਬਹੁਰ ਅਰੂੜਨ ਕੋ ਚਿਤ ਬਾਂਛੇ। ਔਰ ਫਿਰ
ਉਥੋਂ ਮਹਾਰਾਜ ਜੀ ਨੇ ਚੱਲਣ ਦੀ ਤਿਆਰੀ ਦਾ ਸੰਕਲਪ ਕੀਤਾ। ਹਾਥ ਜੋੜ ਕਰ ਬੋਲਿਓ ਰਾਉ। ਬਿਪੌਰ ਦੇ ਰਾਜੇ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਹੱਥ ਜੋੜ ਕੇ ਕਹਿਣ ਲੱਗਾ, ਕਿਤਈ ਰਹੀਏ ਸਹਿਜ ਸੁਭਾਉ। ਮਹਾਰਾਜ ਹਾਲੇ ਤਾਂ ਮੈਂ ਦਰਸ਼ਨ ਕਰਕੇ ਵੀ ਨਹੀਂ ਰੱਜਿਆ ਤੇ ਆਪ ਜੀ ਚੱਲਣ ਵੀ ਲੱਗੇ ਹੋ। ਮੇਰੀ ਇੱਛਾ ਆਪ ਜੀ ਇੱਥੇ ਹੀ ਰਹੋ। ਇਹ ਬਿਪੌਰ ਤੁਹਾਡਾ ਹੈ, ਇਹ ਬਿਪੌਰ ਨਗਰ ਮਹਾਰਾਜ ਤੁਹਾਡਾ ਹੈ। ਇੱਥੇ ਹੀ ਆਪ ਜੀ ਰਹੋ, ਇੱਥੇ ਹੀ ਵਿਚਰੋ, ਜਿੱਥੇ ਆਪ ਜੀ ਦੀ ਇੱਛਾ ਹੋਵੇ ਰਹੋ। ਆਪਣੋ ਨਗਰ ਸਗਰ ਹੀ ਜਾਨੋ। ਮਹਾਰਾਜ ਇਹ ਨਗਰ ਆਪ ਜੀ ਦਾ ਹੈ, ਮੈਂ ਤਾਂ ਇੱਥੋਂ ਦਾ ਨੌਕਰ ਹਾਂ, ਮੇਰਾ ਨਹੀਂ ਇਹ ਨਗਰ, ਮੈਂ ਨਹੀਂ ਇੱਥੋਂ ਦਾ ਰਾਜਾ, ਤੁਸੀਂ ਉਹ ਮਾਲਕ ਇਸ ਨਗਰ ਦੇ। ਸਤਿਗੁਰੂ ਜੀ ਆਪ ਜੀ ਇੱਥੇ ਹੀ ਰਹੋ। ਸੁੰਦਰ ਮੰਦਰ ਮੈਂ ਸੁਖ ਠਾਨੋ। ਸੋਹਣਿਆ ਮੰਦਰਾਂ ਵਿੱਚ ਆਪ ਜੀ ਸੁਖ ਮਾਣੋ। ਮਹਾਰਾਜ ਸੱਚੇ ਪਾਤਸ਼ਾਹ ਇਹ ਮਹਿਲ ਸਭ ਤੁਹਾਡੇ ਨੇ, ਮੰਦਰ ਤੁਹਾਡੇ ਨੇ। ਡੇਰਾ ਜੇ ਤਕਰਿਓ ਪਿਚਾਰੀ। ਜਿਹੜੀਆਂ ਬਾਕੀ ਫੌਜਾਂ ਤੁਹਾਡੀਆਂ ਪਿੱਛੇ ਰਹਿ ਗਈਆਂ, ਮੈਨੂੰ ਪਤਾ ਲੱਗਾ ਵੀ ਵਿਸਾਲੀ ਨੇ, ਜਿਹੜਾ ਡੇਰਾ ਆਪ ਜੀ ਦਾ ਪਿੱਛੇ ਵਿਸਾਲੀ ਰਹਿ ਗਿਆ ਹੈ। ਬਸ ਨਹਿਤ ਇਤਲਿਓ ਹਕਾਰੀ। ਮਹਾਰਾਜ ਉਹਨਾਂ ਨੂੰ ਵੀ ਆਪ ਜੀ ਇੱਥੇ ਸੱਦ ਲੋ ਵਸਣ ਵਾਸਤੇ ਪਿੱਛੇ, ਕਿਉਂਕਿ ਸਾਰੀ ਫੌਜ ਤਾਂ ਨਹੀਂ ਨਾ ਆਈ ਹੋਣੀ। ਮਹਾਰਾਜ ਜੀ ਨਾਲ ਕੁਝ ਕੁ ਫੌਜ ਆਈ ਹੋਵੇਗੀ, ਬਾਕੀ ਫੌਜਾਂ ਉੱਥੇ ਹੋਣਗੀਆਂ ਵਿਸਾਲੀ 'ਚ। ਰਾਜਾ ਕਹਿੰਦਾ ਬਿਪੌਰ ਦਾ, ਮਹਾਰਾਜ ਜਿਹੜੀਆਂ ਫੌਜਾਂ ਰਹਿ ਗਈਆਂ ਨੇ ਪਿੱਛੇ, ਉਹਨਾਂ ਨੂੰ ਵੀ ਆਪ ਜੀ ਇੱਥੇ ਸਾਰੇ ਡੇਰੇ ਨੂੰ ਸੱਦ ਲਓ। ਥਿਰੋ ਇਹਾਂ ਮੁਝ ਕਰੋ ਨਿਹਾਲ। ਆਪ ਜੀ ਇੱਥੇ ਹੀ ਥਿਰ ਕੇ ਨਿਵਾਸ ਕਰਕੇ ਮੈਨੂੰ ਨਿਹਾਲ ਤੇ ਕਰਤਾਰਥ ਕਰੋ ਗਰੀਬ ਨਵਾਜ। ਬਨਿਓ ਅਚਾਨਕ ਹੀ ਅਸਕਾਲ। ਮਹਾਰਾਜ ਇਹ ਤਾਂ ਅਚਨਚੇਤ ਅਚਾਨਕ ਇਹੋ ਜਿਹਾ ਸਬੱਬ ਬਣਿਆ ਕਿ ਆਪ ਜੀ ਦੇ ਦਰਸ਼ਨ ਦਿਦਾਰੇ ਹੋ ਰਹੇ ਨੇ। ਮਹਾਰਾਜ ਇਹ ਤਾਂ ਕੋਈ ਮੇਰਾ ਪੂਰੇ ਜਨਮ ਦਾ ਭਾਗ ਆਪ ਜੀ ਨੇ ਜਗਾਇਆ ਹੈ। ਇਤਿਆਦਿਕ ਬੋ ਬਿਨਤੀ ਕਰ ਕਰ। ਏਦਾਂ ਰਾਜੇ ਬਿਪੌਰ ਨੇ ਬੜੀਆਂ ਬੇਨਤੀਆਂ ਕੀਤੀਆਂ। ਮਹਾਰਾਜ ਮੈਂ ਨਹੀਂ ਜੇ ਜਾਣ ਦੇਣਾ ਤੁਹਾਨੂੰ, ਮੈਂ ਨਹੀਂ ਜੇ ਜਾਣ ਦੇਣਾ, ਅੱਜ ਇੱਥੇ ਹੀ ਰਹੋ। ਮਹਾਰਾਜ ਇੱਥੇ ਹੀ ਸਾਰਾ ਡੇਰਾ ਪਿੱਛੋਂ ਆਪ ਜੀ ਸੱਦ ਲਓ। ਏਦਾਂ ਰਾਜੇ ਨੇ ਬਾਰ-ਬਾਰ ਸਤਿਗੁਰਾਂ ਨੂੰ ਬੇਨਤੀਆਂ ਕੀਤੀਆਂ। ਭਾਉ ਹਿਰਦੇ ਮੈਂ ਦੀਰਘ ਧਰ ਧਰ। ਬੜੇ ਭਾਉ ਨਾਲ, ਬੜੇ ਦੀਰਘ ਪ੍ਰੇਮ ਨਾਲ ਸਤਿਗੁਰਾਂ ਨੂੰ ਬੇਨਤੀ ਕੀਤੀ। ਨਿਜਪੁਰ ਮੈਂ ਗੁਰ ਲਾਏ ਟਿਕਾਏ। ਔਰ ਇਸ ਤਰ੍ਹਾਂ ਇਹਦੀ ਬੇਨਤੀ ਫਿਰ ਮਹਾਰਾਜ ਜੀ ਨੇ ਮੰਨ ਲਈ। ਜਦੋਂ ਪ੍ਰੇਮ ਵੇਖਦੇ ਆ ਸਤਿਗੁਰੂ ਫਿਰ ਰੀਝ ਪੈਂਦੇ ਹਨ। ਇਹਨੇ ਸਤਿਗੁਰਾਂ ਨੂੰ ਆਪਣੇ ਨਗਰ ਵਿੱਚ ਟਿਕਾ ਲਿਆ। ਸੇਵਾ ਕਰਤ ਤਰਤ ਚਿਤ ਚਾਏ। ਬੜੇ ਚਾਅ ਨਾਲ, ਬੜੇ ਉਤਸ਼ਾਹ ਨਾਲ ਮਹਾਰਾਜ ਜੀ ਦੀ ਸੇਵਾ ਟਹਿਲ ਕਰਦਾ ਹੈ। ਤਵੈ ਅਸਵਾਰ ਚੜਾਈ ਪਠਾਏ। 2 ਘੋੜ ਸਵਾਰ ਮਹਾਰਾਜ ਜੀ ਨੇ ਹੁਕਮ ਕਰਕੇ ਵਿਸਾਲੀ ਨੂੰ ਭੇਜੇ ਹਨ। ਜਾਏ ਵਿਸਾਲੀ ਰਾਵ ਸੁਨਾਏ। ਉਹ 2 ਘੋੜ ਸਵਾਰ ਰਾਜੇ ਵਿਸਾਲੀ ਨੂੰ ਜਾ ਕੇ ਮਿਲੇ ਹਨ। ਸਲਾਈ ਚੰਦ ਨਾਂ ਸੀ ਇਸ ਰਾਜੇ ਵਿਸਾਲੀ ਦਾ, ਉਹਨੂੰ ਜਾ ਕੇ ਮਿਲੇ। ਤਿਸਪੁਰ ਡੇਰਾ ਰਾਵ ਰਖਾਇਓ। ਕਹਿਣ ਲੱਗੇ ਰਾਜਾ ਵਿਸਾਲੀ, ਕਲਗੀਧਰ ਜੀ ਤਾਂ ਸ਼ਿਕਾਰ ਖੇਡਦਿਆਂ ਗਏ ਸਨ ਬਿਪੌਰ ਨੂੰ, ਪਰ ਬਿਪੌਰ ਦਾ ਜਿਹੜਾ ਰਾਣਾ ਸੀ, ਰਾਜਾ ਸੀ, ਉਹਨੇ ਸਤਿਗੁਰੂ ਜੀ ਨੂੰ ਆਪਣੇ ਕੋਲ ਹੀ ਉਤਾਰਾ ਕਰਵਾ ਲਿਆ। ਉਹ ਸਤਿਗੁਰਾਂ ਨੂੰ ਆਉਣ ਨਹੀਂ ਦੇ ਰਿਹਾ। ਕਹਿੰਦਾ ਮੈਂ ਸਤਿਗੁਰੂ ਜੀ ਆਪ ਜੀ ਦੀ ਸੇਵਾ ਕਰਨੀ ਹੈ ਇੱਥੇ ਰੱਖ ਕੇ। ਨਿਜ ਬਹੀਰ ਪੀਤਾ ਬੁਲਾਇਓ। ਇਸ ਕਰਕੇ ਹੈ ਰਾਜਾ, ਜਿਹੜਾ ਸਤਿਗੁਰਾਂ ਦਾ ਵਹੀਰ ਹੈ, ਇੱਥੇ ਰਾਜ ਸਾਜ ਹੈ, ਮਹਾਰਾਜ ਜੀ ਹੁਣ ਉੱਥੇ ਹੀ ਮੰਗਾ ਰਹੇ ਹਨ। ਬਹੁਤ ਬਿਨੈ ਕਰ ਕੈ ਗੁਰ ਰਾਖੇ। ਕਿਉਂਕਿ ਰਾਣੇ ਨੇ, ਬਿਪੌਰ ਦੇ ਰਾਣੇ ਨੇ ਬਹੁਤ ਜ਼ਿਆਦਾ ਬੇਨਤੀਆਂ ਕਰਕੇ, ਭਾਵਨਾ ਸਹਿਤ ਰਜੋਈਆਂ ਕਰਕੇ ਮਹਾਰਾਜ ਜੀ ਨੂੰ ਉੱਥੇ ਰੱਖਿਆ। ਉਹਦਾ ਬਚਨ ਸਤਿਗੁਰੂ ਜੀ ਨਹੀਂ ਮੋੜ ਸਕੇ। ਆਵਨ ਦੀਏ ਨਾ ਆਵਨ ਕਾਂਖੇ। ਸਤਿਗੁਰੂ ਜੀ ਤਾਂ ਆਉਣਾ ਚਾਹੁੰਦੇ ਸਨ, ਉਹਨਾਂ ਤਿਆਰੀ ਵੀ ਕਰ ਲਈ ਸੀ ਅੱਜ, ਪਰ ਰਾਜੇ ਨੇ ਨਹੀਂ ਆਉਣ ਦਿੱਤਾ। ਉਹ ਅੱਗੇ ਹੱਥ ਜੋੜ ਕੇ ਖਲੋ ਗਿਆ, ਮਹਾਰਾਜ ਮੈਂ ਨਹੀਂ ਆਪ ਜੀ ਨੂੰ ਜਾਣ ਦੇਣਾ। ਇੰਨਾ ਪਿਆਰ ਉਹਨੇ ਸਤਿਗੁਰੂ ਜੀ ਨੂੰ ਪ੍ਰਗਟ ਕਰਕੇ ਵਿਖਾਇਆ। ਰਾਵ ਵਿਸਾਲੀ ਕੋ ਸੁਨ ਤਬੇ। ਜਦੋਂ ਵਿਸਾਲੀ ਦੇ ਰਾਜੇ ਨੇ ਸੁਣਿਆ ਕਿ ਸਤਿਗੁਰੂ ਜੀ ਸਾਰਾ ਰਾਜ ਸਾਜ ਵੀ ਉੱਥੇ ਹੀ ਮੰਗਾ ਰਹੇ ਨੇ, ਇਹਦਾ ਮਤਲਬ ਮੇਰੇ ਕੋਲੋਂ ਜਾਣਾ ਚਾਹੁੰਦੇ ਨੇ ਸਤਿਗੁਰੂ, ਉੱਥੇ ਡੇਰਾ ਕਰਨਾ ਚਾਹੁੰਦੇ ਨੇ। ਜਦੋਂ ਰਾਜੇ ਵਿਸਾਲੀ ਨੇ ਇਹ ਸੁਣਿਆ, ਸੰਗ ਬਹੀਰ ਲੀਨ ਜੋ ਸਬੇ। ਹੁਣ ਹੁਕਮ ਸੀ ਗੁਰੂ ਸਾਹਿਬ ਦਾ, ਸਾਰਾ ਵਹੀਰ ਜਿੰਨਾ ਰਾਜ ਸਾਜ ਸੀ ਮਹਾਰਾਜ ਜੀ ਦੇ ਡੇਰੇ ਦਾ,
ਉਹ ਲੈ ਕਰਕੇ ਸਿੰਘ ਚੱਲ ਪਏ ਤੇ ਰਾਜਾ ਵਿਸਾਲੀ ਵੀ ਨਾਲ ਹੀ ਚੱਲ ਪਿਆ। ਚੜ ਕਰ ਆਪ ਸਾਥ ਹੀ ਗਇਓ, ਨਾਲ ਹੀ ਆਪ ਚੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲ ਵਧਿਆ। ਪੂਰੀ ਵਿਭੋਰ ਸੋ ਪ੍ਰਾਪਤ ਪਇਓ, ਔਰ ਵਿਭੌਰ ਨਗਰ ਦੇ ਵਿੱਚ ਪਹੁੰਚਿਆ ਰਾਜਾ ਵਿਸਾਲੀ ਤੇ ਮਹਾਰਾਜ ਜੀ ਦਾ ਸਾਰਾ ਵਹੀਰ। ਪਇਓ ਇਕੱਤਰ ਸਕਲ ਗੁਰ ਡੇਰਾ, ਜਾ ਕੇ ਉੱਥੇ ਸਤਿਗੁਰਾਂ ਦਾ ਸਾਰਾ ਰਾਜ ਸਾਜ ਵਹੀਰ ਡੇਰਾ ਮਹਾਰਾਜ ਜੀ ਦਾ ਪਹੁੰਚ ਗਿਆ। ਵਿਭੌਰ ਨਗਰ ਵਿੱਚ ਸਾਰੇ ਡੇਰੇ ਦੀ ਇਕੱਤਰਤਾਈ ਹੋ ਗਈ। ਮਿਲਿਓ ਜਾਏ ਚਰਣਾ ਬੁਝੇਰਾ, ਰਾਜਾ ਵਿਸਾਲੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ। ਆ ਕੇ ਗੁਰਦੇਵ ਦੇ ਸੁੰਦਰ ਚਰਨਾਂ ਬੁਝ ਦਾ ਮਤਲਬ ਹੈ ਕਮਲ ਚਰਨ ਮਹਾਰਾਜ ਜੀ ਦੇ। ਅੰਬੁਜ ਕਹਿੰਦੇ ਅੰਬ ਤੋਂ ਜਨਮ, ਅੰਬ ਨਾਮ ਹੁੰਦਾ, ਆਂਬ ਨਾਮ ਪਾਣੀ ਦਾ ਹੁੰਦਾ ਨਾ, ਆਬ, ਤੇ ਆਬ ਤੋਂ ਪਾਣੀ ਤੋਂ ਜਿਹੜਾ ਪੈਦਾ ਹੋਵੇ ਉਹਨੂੰ ਕੀ ਕਹਿੰਦੇ ਆ? ਕਮਲ। ਇਸ ਕਰਕੇ ਚਰਨ ਅੰਬੁਜ ਕਿਹਾ ਕਿ ਗੁਰਦੇਵ ਦੇ ਜਿਹੜੇ ਪਵਿੱਤਰ ਚਰਨ ਕਮਲ ਹਨ, ਉਹਨਾਂ ਚਰਨ ਕਮਲਾਂ ਵੱਲ ਰਾਜੇ ਵਿਸਾਲੀ ਨੇ ਜਾ ਕੇ ਤੱਕਿਆ ਤੇ ਵੇਖਿਆ ਹੈ। ਹੱਥ ਬੰਦ ਕਰ ਬਿਨੇ ਬਖਾਨੀ, ਹੱਥ ਬੰਨ ਕੇ ਪਹਿਲਾਂ ਤਾਂ ਮੱਥਾ ਟੇਕਿਆ, ਫਿਰ ਜੋੜ ਕੇ ਹੱਥ ਬੜੇ ਪਿਆਰ ਨਾਲ ਸਿਰ ਨੀਵਾਂ ਕਰਕੇ ਨਾ ਗੁਰੂ ਸਾਹਿਬ ਦੇ ਚਰਨਾਂ ਵੱਲ ਵੇਖਦਾ ਰਾਜਾ। ਤੇ ਮਹਾਰਾਜ ਜੀ ਦੇ ਚਰਨਾਂ ਵੱਲ ਵੇਖਦਾ ਹੋਇਆ ਰਾਜਾ ਵਿਸਾਲੀ ਬੇਨਤੀ ਕਰਦਿਆਂ ਬੋਲਿਆ, ਮਹਾਰਾਜ ਤੁਮਰੀ ਰਾਜਧਾਨੀ। ਇਹ ਮਹਾਰਾਜ, ਜਿਹੜਾ ਵਿਸਾਲੀ ਨਗਰ ਹੈ ਉਹ ਤੁਹਾਡੀ ਰਾਜਧਾਨੀ ਹੈ, ਉਹ ਆਪ ਜੀ ਦੀ ਰਾਜਧਾਨੀ ਆ, ਰਾਜ ਸਾਜ ਉਹ ਤੁਹਾਡਾ ਹੀ ਹੈ। ਨਹੀਂ ਵਿਸਾਲੀ ਮੈਂ ਕਿਮ ਰਹੇ, ਬਾਦਸ਼ਾਹ ਆਪ ਜੀ ਵਿਸਾਲੀ ਚ ਕਿਉਂ ਨਹੀਂ ਰਹੇ? ਉਹ ਤੁਹਾਡੀ ਰਾਜਧਾਨੀ ਸੀ, ਅਚਾਨਕ ਉਹ ਛੱਡ ਕੇ ਆਪ ਜੀ ਕਿਉਂ ਆ ਗਏ? ਉਹ ਤੁਹਾਡੀ ਰਾਜਧਾਨੀ ਸੀ ਵਿਸਾਲੀ, ਆਪ ਜੀ ਉੱਥੇ ਕਿਉਂ ਨਹੀਂ ਰਹੇ? ਮੋ ਮੈਂ ਦੋਸ਼ ਕਿਰਾਵਰ ਲਹੇ, ਮਹਾਰਾਜ ਮੇਰੇ ਚ ਕੀ ਦੋਸ਼ ਵੇਖਿਆ ਆਪ ਜੀ ਨੇ? ਮੇਰੇ ਚ ਕੀ ਖਾਮੀ ਵੇਖੀ ਹੈ? ਮੇਰੇ ਕੋਲੋਂ ਇਹੋ ਜੀ ਕਿਹੜੀ ਭੁੱਲ ਤੇ ਗਲਤੀ ਹੋਈ ਹੈ ਮਹਾਰਾਜ ਕਿ ਆਪ ਜੀ ਅਚਾਨਕ ਵਿਸਾਲੀ ਛੱਡ ਕੇ ਆ ਗਏ? ਦਰਸ਼ਨ ਕਰਤ ਨਾ ਮੈਂ ਤ੍ਰਿਪਤਾਇਓ, ਹਾਲੇ ਤਾਂ ਸਤਿਗੁਰੂ ਜੀ ਮੈਂ ਤੁਹਾਡੇ ਦਰਸ਼ਨ ਕਰਕੇ ਨਹੀਂ ਰੱਜਿਆ, ਆਪ ਜੀ ਦੇ ਦੀਦਾਰ ਕਰਕੇ ਵੀ ਹਾਲੇ ਮੇਰਾ ਮਨ ਨਹੀਂ ਰੱਜਿਆ। ਸੇਵ ਕਰਨ ਤੇ ਮਨ ਨਾ ਹਟਾਇਓ, ਆਪ ਜੀ ਦੀ ਸੇਵਾ ਕਰਨ ਵੱਲੋਂ ਤਾਂ ਹਾਲੇ ਮੈਂ ਆਪਣਾ ਮਨ ਨਹੀਂ ਸੀ ਹਟਾਇਆ, ਹਾਲੇ ਤਾਂ ਮੇਰੀ ਰੀਝ ਸੀ ਆਪ ਜੀ ਦੀ ਸੇਵਾ ਕਰਾਂ। ਕਿਸ ਕਾਰਨ ਤੇ ਇਤ ਥਿਰ ਰਹੇ, ਮਹਾਰਾਜ ਕੀ ਕਾਰਨ ਹੋਇਆ ਕਿ ਆਪ ਜੀ ਅਚਾਨਕ ਆਏ ਇੱਥੇ ਤੇ ਇੱਥੇ ਹੀ ਹੁਣ ਡੇਰਾ ਕਰ ਲਿਆ, ਵਾਪਸ ਨਹੀਂ ਆਏ ਤੇ ਉੱਥੋਂ ਸਾਰਾ ਰਾਜ ਸਾਜ ਵੀ ਪਿੱਛੇ ਮੰਗਾ ਲਿਆ? ਕੀ ਕਾਰਨ ਹੋਇਆ ਮਹਾਰਾਜ ਕਿ ਆਪ ਜੀ ਆਏ ਤਾਂ ਸ਼ਿਕਾਰ ਖੇਡਣ ਸੀ, ਹੁਣ ਇੱਥੇ ਹੀ ਡੇਰਾ ਕਰ ਲਿਆ, ਰਾਜ ਸਾਜ ਵੀ ਪਿੱਛੋਂ ਸਾਰਾ ਵਹੀਰ ਜਿਹੜਾ ਉਹ ਆਪ ਜੀ ਨੇ ਇੱਥੇ ਮੰਗਾ ਲਿਆ? ਮੁਸਕਾਵਤ ਕਲਗੀ ਤਰ ਕਹੇ, ਮਹਾਰਾਜ ਕੀ ਭੁੱਲ ਹੋਈ ਆ ਮੇਰੇ ਕੋਲੋਂ? ਮਹਾਰਾਜ ਭੁੱਲਣ ਅੰਦਰ ਤਾਂ ਹਾਂ ਹੀ ਆ ਅਸੀਂ, ਪਰ ਮਹਾਰਾਜ ਕੀ ਖਾਮੀ ਹੋ ਗਈ ਮੇਰੇ ਕੋਲੋਂ? ਕੀ ਗੁਨਾਹ ਹੋ ਗਿਆ ਹੈ ਕਿ ਆਪ ਜੀ ਇਸ ਤਰ੍ਹਾਂ ਆ ਗਏ ਹੋ ਇੱਥੇ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਜੇ ਵਿਸਾਲੀ ਦਾ ਪ੍ਰੇਮ ਵੇਖਿਆ, ਗੁਰਦੇਵ ਮੁਸਕਰਾਏ ਨੇ ਰਾਜੇ ਵਿਸਾਲੀ ਵੱਲ ਵੇਖ ਕੇ ਬੋਲੇ, ਓਚ ਕਰਾਵ ਮਿਲਿਓ ਬਨ ਵਿਚਰਤ। ਮਹਾਰਾਜ ਜੀ ਕਹਿੰਦੇ, ਹੇ ਰਾਏ ਵਿਸਾਲੀ, ਅਸੀਂ ਤਾਂ ਇੱਧਰ ਸ਼ਿਕਾਰ ਖੇਡਣ ਆਏ ਸੀ, ਅਚਾਨਕ ਵਿਭੌਰ ਦਾ ਰਾਜਾ ਆ ਕੇ ਸਾਨੂੰ ਮਿਲਿਆ, ਬਿਨਤੀ ਕਰਤ ਪਇਓ ਤਰ ਹਿਤ ਚਿਤ। ਇੰਨੇ ਚਿਤ ਨਾਲ ਭਾਵਨਾ ਨਾਲ ਰਾਜੇ ਨੇ ਸਾਨੂੰ ਬੇਨਤੀ ਕੀਤੀ, ਆਨੇ ਆਪਨੇ ਸਦਨੇ ਉਤਾਰੇ, ਔਰ ਸਾਨੂੰ ਇੱਥੇ ਆਪਣੇ ਘਰ ਵਿੱਚ ਲਿਆ ਕੇ ਸਾਡਾ ਉਤਾਰਾ ਕਰਵਾਇਆ। ਬੌਰ ਚੜਨ ਇਤ ਕੀਨਸ ਤਿਆਰੇ, ਔਰ ਫਿਰ ਅਸੀਂ ਜਦੋਂ ਅਗਲੇ ਦਿਨ ਚੜਨ ਦੀ ਤਿਆਰੀ ਕੀਤੀ ਕਿ ਰਾਤ ਰਹਿ ਗਏ ਸੀ ਇਹਦੇ ਘਰ, ਤੇ ਅਗਲੇ ਦਿਨ ਜਦੋਂ ਵਾਪਸ ਆਉਣ ਲੱਗੇ ਤੇਰੇ ਵੱਲ, ਅਧਿਕ ਭਾਉ ਤੇ ਰਾਖ ਟਿਕਾਏ। ਤੇ ਇੰਨਾ ਭਾਉ ਇੰਨਾ ਪ੍ਰੇਮ ਕੀਤਾ ਇਹਨੇ, ਸਾਨੂੰ ਆਉਣ ਨਹੀਂ ਦਿੱਤਾ, ਟਿਕਾ ਲਿਆ ਸਾਨੂੰ, ਇੱਥੇ ਆਪਣੇ ਕੋਲ ਹੀ ਰੱਖ ਲਿਆ। ਤੋ ਪਰ ਖੁਸ਼ੀ ਆਏ ਅਧਿਕਾਏ, ਏ ਰਾਏ ਵਿਸਾਲੀ, ਤੇਰੇ ਤੇ ਸਾਡੀਆਂ ਬੜੀਆਂ ਹੀ ਖੁਸ਼ੀਆਂ ਹਨ, ਤੇਰੇ ਤੇ ਸਾਡੀਆਂ ਬੜੀਆਂ ਖੁਸ਼ੀਆਂ ਨੇ, ਕੋਈ ਖਾਮੀ ਨਹੀਂ ਹੋਈ ਤੇਰੇ ਪਾਸੋਂ, ਤੇਰੇ ਤੇ ਸਾਡੀਆਂ ਖੁਸ਼ੀਆਂ ਹਨ। ਸੁਖ ਸੋ ਭੋਗੋ ਰਾਜ ਸਮਾਜਾ, ਸੁਖ ਦੇ ਨਾਲ ਰਾਜ ਭਾਗ ਭੋਗੋ,
ਤੁਹਾਨੂੰ ਸਰਬ ਸੁਖ ਪ੍ਰਾਪਤ ਹੋਵਣ। ਕਰੋ ਤਿਹਾਵਲ ਅਰੇ ਜੋ ਕਾਜਾ। हे ਰਾਏ ਵਿਸਾਲੀ, ਜੇਕਰ ਤੇਰਾ ਕੋਈ ਕਾਰਜ ਅਟਕ ਜਾਵੇ, ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਜਾਂ ਕੋਈ ਮੋਰਚਾ ਅੜ ਜਾਵੇ, ਤਾਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਕਾਰੇ ਅਰਦਾਸ ਤਾਰੋ ਮਮ ਧਿਆਨਾ। ਸ਼੍ਰੀ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਮੇਰਾ ਧਿਆਨ ਧਾਰ ਕੇ ਅਰਦਾਸ ਕਰੀ। ਹੋਏ ਮਨੋਰਥ ਪੂਰ ਮਹਾਨਾ। ਤੇ ਜਿਹੜਾ ਕੋਈ ਕਾਰਜ ਅਟਕਿਆ ਹੋਵੇਗਾ ਉਹ ਕਾਰਜ ਸਿੱਧ ਹੋ ਜਾਵੇਗਾ। ਤੇਰਾ ਮੋਰਚਾ ਜੇ ਕੋਈ ਅਟਕਿਆ ਹੋਵੇਗਾ ਉਹ ਫਤਿਹ ਹੋ ਜਾਵੇਗਾ, ਤੇਰੇ ਮਨੋਰਥ ਸਿੱਧ ਹੋ ਜਾਣਗੇ। ਸ਼ਤਰੂ ਜੋਰ ਜੇ ਤੁਮ ਪਰ ਕਰੇ। ਤੇਰੇ ਤੇ ਕੋਈ ਦੁਸ਼ਮਣ ਨਹੀਂ ਆਏਗਾ ਚੜ ਕੇ, ਜੇ ਕੋਈ ਦੁਸ਼ਮਣ ਆਵੇਗਾ ਤੇਰੇ ਤੇ ਆਪਣਾ ਜ਼ੋਰ ਪਾ ਕੇ। ਹਿਤ ਸਹਾਇ ਖਾਲਸਾ ਚਰੇ। ਤੇ ਤੇਰੀ ਸਹਾਇਤਾ ਵਾਸਤੇ ਸਾਡਾ ਖਾਲਸਾ ਆਵੇਗਾ। ਜੇ ਤੇਰੇ ਤੇ ਕੋਈ ਫੌਜ ਚੜ ਕੇ ਆਈ ਨਾ ਦੁਸ਼ਮਣਾਂ ਦੀ, ਤੇ ਸਾਡਾ ਖਾਲਸਾ ਤੇਰੀ ਸਹਾਇਤਾ ਕਰੇਗਾ। ਕਰ ਦੀਜੇ ਸੁਧ ਸੁਨ ਤੈ ਧਾਵੈ। ਮਹਾਰਾਜ ਜੀ ਨੇ ਆਖਿਆ ਸੀ ਜਿਹੜਾ ਤੈਨੂੰ ਵਰ ਦਿੱਤਾ ਨਾ, ਇਹ ਵਰ ਸੁਣ ਕੇ ਸਾਡਾ ਖਾਲਸਾ ਤੇਰੇ ਤੇ ਖੁਸ਼ ਹੀ ਰਹੇਗਾ, ਤੇਰੇ ਤੇ ਪ੍ਰਸੰਨ ਹੀ ਰਹੇਗਾ ਕਿ ਵਿਸਾਲੀ ਦੇ ਰਾਜਿਆਂ ਨੂੰ ਕਲਗੀਧਰ ਜੀ ਨੇ ਵਰ ਬਖਸ਼ੇ ਹੋਏ ਨੇ, ਇਸ ਕਰਕੇ ਮੇਰਾ ਖਾਲਸਾ ਤੇਰੀ ਸਹਾਇਤਾ ਕਰਦਾ ਰਹੇਗਾ। ਅਨਿਕ ਰਿਪਨ ਦੇ ਹਾਥ ਬਚਾਵੇ। ਤੇਰੇ ਅਨੇਕਾਂ ਦੁਸ਼ਮਣਾਂ ਤੋਂ ਮੇਰਾ ਖਾਲਸਾ ਤੈਨੂੰ ਹੱਥ ਦੇ ਕੇ ਬਚਾਵੇਗਾ। ਇਮ ਧੀਰਜ ਦੇ ਰਾਵ ਪਠਾਇਓ। ਇਹ ਤਾਂ ਧੀਰਜ ਦੇ ਕੇ ਰਾਜੇ ਵਿਸਾਲੀ ਨੂੰ ਮਹਾਰਾਜ ਜੀ ਨੇ ਵਿਦਾ ਕੀਤਾ ਹੈ। ਪਦ ਅਰਬਿੰਦਨ ਸੀਸ ਨਿਵਾਇਓ। ਪਾਤਸ਼ਾਹ ਦੇ ਪਵਿੱਤਰ ਪਾਵਨ ਚਰਨ ਕਮਲਾਂ ਤੇ ਰਾਜੇ ਵਿਸਾਲੀ ਨੇ ਸੀਸ ਝੁਕਾ ਕੇ ਮੱਥਾ ਟੇਕਿਆ। ਸਭ ਸਿੰਘਨ ਕੋ ਫਤਿਹ ਬੁਲਾਈ। ਜਿੰਨਾ ਖਾਲਸਾ ਸੀ ਸਾਰਿਆਂ ਸਿੰਘਾਂ ਨੂੰ, ਵਿਸਾਲੀ ਦੇ ਰਾਜੇ ਦਾ ਬੜਾ ਪ੍ਰੇਮ ਪੈ ਗਿਆ ਸੀ ਸਾਰੇ ਸਿੰਘਾਂ ਨਾਲ। ਭਾਈ ਦਇਆ ਸਿੰਘ ਹੋਣਾ ਨਾਲ ਕਾਫੀ ਸਮਾਂ ਮਹਾਰਾਜ ਜੀ ਰਹੇ ਨੇ ਵਿਸਾਲੀ, ਤੋ ਬਹੁਤ ਜ਼ਿਆਦਾ ਪ੍ਰੇਮ ਬਣ ਚੁੱਕਾ ਸੀ ਭਾਈ ਦਇਆ ਸਿੰਘ ਜੀ, ਧਰਮ ਸਿੰਘ ਹੋਣਾ ਨਾਲ, ਪੰਜਾਂ ਪਿਆਰਿਆਂ ਨਾਲ, ਪੰਜਾਂ ਵੀਰਾਂ ਨਾਲ, ਸਾਰਿਆਂ ਨੂੰ ਰਾਜੇ ਵਿਸਾਲੀ ਨੇ ਫਤਿਹ ਬੁਲਾਈ ਹੈ। ਗਇਓ ਆਪਨੇ ਘਰ ਹਰ ਖਾਈ। ਔਰ ਬੜੀ ਖੁਸ਼ੀ ਦੇ ਨਾਲ, ਖੇੜੇ ਦੇ ਨਾਲ ਰਾਜਾ ਵਿਸਾਲੀ ਆਪਣੇ ਘਰ ਵਾਪਸ ਪਰਤਿਆ ਹੈ। ਸਤਿਗੁਰ ਤਹਾਂ ਬਸੇ ਸੁਖ ਪਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਹੁਣ ਬਿਪੌਰ ਹੀ ਰਹੇ, ਇੱਥੇ ਹੀ ਮਹਾਰਾਜ ਜੀ ਨੇ ਆਸਣ ਲਾ ਲਿਆ। ਇੱਕ ਦਿਨ ਬੈਠੇ ਸਹਿਜ ਸੁਭਾਏ। ਇੱਕ ਦਿਨ ਸਤਿਗੁਰੂ ਜੀ ਸਹਿਜ ਸੁਭਾਏ, ਸੁੱਤੇ ਸਿੱਧ ਬੈਠੇ ਉੱਚੇ ਪਹਾੜ ਦੇ ਟਿੱਲੇ ਤੇ। ਉੱਚੇ ਥਲ ਪਰ ਥਿਰੇ ਨਿਹਾਰੇ। ਉੱਚੇ ਥਾਂ ਤੇ ਮਹਾਰਾਜ ਜੀ ਬੈਠੇ ਜਿੱਥੇ ਅੱਜ ਕੱਲ ਮਹਾਰਾਜ ਜੀ ਦਾ ਪਵਿੱਤਰ ਸਥਾਨ ਹੈ ਬਿਪੌਰ ਸਾਹਿਬ। ਦੇਸ਼ ਮਹਾਰਮਨੀਕ ਵਿਚਾਰੇ। ਦੂਰ ਤੱਕ ਨਿਗਾਹ ਮਾਰ ਕੇ ਉੱਥੇ ਖਲੋ ਕੇ ਵੇਖੀਏ, ਦੂਰ ਤਾਈਂ ਪਹਾੜ ਹੀ ਪਹਾੜ ਦਿਸਦੇ, ਦਰਿਆ ਦਿਸਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖ ਕੇ ਬੋਲੇ, ਨਿਕਟ ਖਾਲਸਾ ਗਨਪੁਰ ਰਾਉ। ਨਾਲ ਖਾਲਸਾ ਵੀ ਹੈ ਮਹਾਰਾਜ ਜੀ ਤਾਂ, ਤੇ ਬਿਪੌਰ ਦਾ ਜਿਹੜਾ ਰਾਜਾ ਸੀ ਉਹ ਵੀ ਪਾਤਸ਼ਾਹ ਜੀ ਦੇ ਕੋਲ ਹੀ ਬੈਠਾ ਹੈ। ਹੀਰ ਹੀਰ ਬੋਲੇ ਚਿਤ ਚਾਉ। ਬੜੇ ਖੁਸ਼ ਹੋ ਕੇ ਮਹਾਰਾਜ ਜੀ, ਇੰਨੀ ਰਮਣੀਕ ਥਾਂ ਸੀ ਮਹਾਰਾਜ ਜੀ ਨੂੰ ਬੜੀ ਭਾਈ, ਤੇ ਪਾਤਸ਼ਾਹ ਜੀ ਬੋਲੇ, ਸੁੰਦਰ ਸੈਲ ਸੈਲ ਕੇ ਲਾਇਕ। ਮਹਾਰਾਜ ਜੀ ਕਹਿੰਦੇ ਬੜਾ ਸੋਹਣਾ ਪਹਾੜੀ ਇਲਾਕਾ ਰਾਜਾ ਤੇਰਾ ਏ, ਸੈਲ ਕੇ ਲਾਇਕ ਹੀ ਤਾਂ ਸੈਰ ਕਰਨ ਦੇ ਲਾਇਕ ਹੈ, ਘੁੰਮਣ ਫਿਰਨ ਦੇ ਲਾਇਕ ਹੈ, ਬੜਾ ਸੁੰਦਰ ਇਲਾਕਾ ਹੈ। ਮਨੋ ਹਿਮਾਲੇ ਕੀ ਦੁਤੀ ਦਾਇਕ। ਇਦਾਂ ਜਾਪਦਾ ਜਿਵੇਂ ਹਿਮਾਲਿਆ ਦੀਆਂ ਚੋਟੀਆਂ ਹੋਣ, ਹਾਲਾਂਕਿ ਹਿਮਾਲਿਆ ਨਹੀਂ ਆਏ। ਮਹਾਰਾਜ ਜੀ ਕਹਿੰਦੇ ਮਨ ਨੂੰ ਏਦਾਂ ਜਾਪਦਾ ਜਿਵੇਂ ਹਿਮਾਲਿਆ ਦੀਆਂ ਹੀ ਚੋਟੀਆਂ ਹੋਣ, ਇਤਨਾ ਸੁੰਦਰ ਹੈ। ਕਿਦੋਂ ਕੈਲਾਸ਼ ਰੁਦਰ ਕੋ ਥਾਨਾ। ਏਦਾਂ ਕਹਿ ਲਈਏ ਮਾਨੋ ਜਿਵੇਂ ਕੈਲਾਸ਼ ਦਾ ਪਰਬਤ ਹੋਵੇ, ਰੁਦਰ ਦਾ ਥਾਂ ਹੋਵੇ। ਉਪਜਾਵਤ ਔਰ ਆਨੰਦ ਮਾਨਾ। ਬੜਾ ਆਨੰਦ ਆਉਂਦਾ ਇੱਥੇ ਬਹਿ ਕੇ। ਤਾਂ ਪਾਤਸ਼ਾਹ ਕਹਿੰਦੇ ਬੜੀ ਸੋਹਣੀ ਰਮਣੀਕ ਥਾਂ ਹੈ, ਇੱਥੇ ਤਾਂ ਬੜਾ ਹੀ ਆਨੰਦ ਵਰਤਦਾ ਹੈ। ਪੰਡ ਪੁੱਤਰ ਇਤ ਫਿਰ ਕਰ ਬਨ ਮੈਂ। ਇਹ ਇਤਿਹਾਸਕ ਥਾਂ ਸੀ ਆਲੇ ਦੁਆਲੇ। ਮਹਾਰਾਜ ਕਹਿੰਦੇ ਨਾ ਪਹਾੜਾਂ ਵਿੱਚ ਵੀ
ਪਾਂਡੂ ਰਾਜ ਜਿਹੜੇ ਪੁੱਤਰ ਸਨ ਪਾਂਡਵ ਉਹ ਫਿਰਦੇ ਰਹੇ ਨੇ। ਤਪਤ ਸਥਲ ਕੋ ਲਖ ਕਰ ਮਨ ਮੈਂ। ਇਹਨਾਂ ਹੀ ਪਹਾੜਾਂ ਦੇ ਵਿੱਚ ਜਿਹੜਾ ਉਹ ਆਪਦਾ ਦਾ ਸਮਾਂ ਸੀ ਨਾ, ਬਨਵਾਸ ਦਾ 12 ਸਾਲਾਂ ਦਾ ਜੋ ਪਾਂਡਵਾਂ ਨੇ ਕੱਟਿਆ, ਉਹ ਇਹੋ ਜਿਹਾ ਜੰਗਲਾਂ ਵਿੱਚ ਇਹੋ ਜਿਹੇ ਇਲਾਕਿਆਂ ਵਿੱਚ ਹੀ ਫਿਰਦੇ ਰਹੇ ਨੇ। ਕਿਤਕ ਸਮਾਂ ਬਸ ਇਹਾਂ ਬਿਤਾਏ। ਉਸ ਵੇਲੇ ਪਾਂਡਵਾਂ ਨੇ ਕੁਝ ਸਮਾਂ ਇਸ ਇਲਾਕੇ ਵਿੱਚ ਵੀ ਰਹਿ ਕੇ ਬਤੀਤ ਕੀਤਾ। ਆ ਜਿਹੜੇ ਆਲੇ ਦੁਆਲੇ ਪਹਾੜ ਦਿਸਦੇ ਨੇ ਇਹਦੇ ਵਿੱਚ ਉਹ ਰਹੇ ਨੇ। ਗਿਰ ਤਰਵਰ ਪਿਖ ਕੈ ਹਰ ਖਾਏ। ਬੜੇ ਸੋਹਣੇ ਪਹਾੜ, ਸੋਹਣੇ ਦਰਖਤ ਹਰੇ ਭਰੇ, ਮਹਾਰਾਜ ਜੀ ਵੇਖ ਕੇ ਬੜੇ ਹੀ ਖੁਸ਼ ਹੋ ਰਹੇ ਨੇ। ਪੂਰਬ ਸਤਜੁਗ ਮੈਂ ਬਿਦ ਆਇਓ। ਮਹਾਰਾਜ ਜੀ ਕਹਿੰਦੇ ਇਹ ਤਾਂ ਬੜੀ ਪਾਵਨ ਥਾਂ ਆਲੇ ਦੁਆਲੇ, ਇਹ ਦੇਵਤੇ ਇੱਥੇ ਆ ਕੇ ਸਤਜੁਗ ਵਿੱਚ ਵਰਤਦੇ ਰਹੇ ਨੇ। ਫਿਰਿਓ ਇਹਾਂ ਦੀ ਰਗ ਤਪਤਾਇਓ। ਬੜੇ ਬੜੇ ਤਪਸਵੀਆਂ ਨੇ ਇਸ ਇਲਾਕੇ ਦੇ ਵਿੱਚ ਪਹਾੜਾਂ ਵਿੱਚ ਤਪ ਕੀਤਾ ਹੈ। ਨਾਮ ਕਲੇਸਰ ਬ੍ਰਹਮੈ ਧਰਿਓ। ਇੱਥੇ ਨੇੜੇ ਕਲੇਸ਼ਵਰ ਦਾ ਮੰਦਿਰ ਵੀ ਹੋਵੇਗਾ ਕੋਈ ਬਪੌਰ ਸਾਹਿਬ ਦੇ ਲਾਗੇ। ਮਹਾਰਾਜ ਜੀ ਕਹਿੰਦੇ ਜਿਹੜਾ ਕਲੇਸ਼ਵਰ ਹੈ ਉਹ ਬ੍ਰਹਮਾ ਨੇ ਉੱਥੇ ਆ ਕੇ ਤਪ ਕੀਤਾ ਦੱਸਿਆ ਜਾਂਦਾ ਹੈ। ਇਹਦਾ ਨਾਂ ਉਹਨੇ ਕਲੇਸ਼ਰ ਰੱਖਿਆ ਹੈ। ਇਤੇ ਉਤ ਵਿਚਰਤ ਆਨੰਦ ਕਰਿਓ। ਇੱਥੇ ਉੱਥੇ ਵਿਚਰਦੇ ਰਹੇ ਨੇ ਦੇਵਤੇ ਆਨੰਦ ਸਹਿਤ। ਜਾਂ ਤੇ ਪਾਵਨ ਏ ਅਸਥਾਨਾ। ਇਸ ਕਰਕੇ ਸਾਰਾ ਇਲਾਕਾ ਬੜਾ ਰਮਣੀਕ ਹੈ, ਪਵਿੱਤਰ ਵੀ ਹੈ ਤੇ ਰਮਣੀਕ ਵੀ ਹੈ। ਪਰਮ ਮੁਨੀ ਤਪ ਤਪੇ ਮਹਾਨਾ। ਬੜਿਆ ਬੜਿਆ ਰਿਸ਼ੀਆਂ ਮੁਨੀਆਂ ਤਪਸਵੀਆਂ ਨੇ ਇੱਥੇ ਤਪ ਕੀਤਾ ਹੈ। ਫਲ ਮੂਲਨ ਤੇ ਸੁਖ ਕੋ ਪਾਏ। ਕਿਉਂਕਿ ਇੱਥੇ ਫਲ ਫੁੱਲ ਬਹੁਤ ਨੇ, ਫਲ ਖਾਣ ਨੂੰ ਮਿਲਦੇ ਰਹੇ, ਤਪਸਵੀ ਖਾ ਕੇ ਤਪ ਕਰਦੇ ਰਹੇ। ਗਿਰਵਰ ਸ਼ੋਭਾ ਪਿਖ ਬਿਰਮਾਏ। ਤੇ ਪਹਾੜਾਂ ਦੀ ਬੜੀ ਸੁੰਦਰ ਸੋਭਾ ਵੇਖ ਕੇ, ਦਰਿਆ ਵਗਦਾ ਵੇਖ ਕੇ ਸਾਰਿਆਂ ਨੇ ਬੜਾ ਸੁਖ ਬਾਣਿਆ, ਜਿੰਨੇ ਦੇਵਤੇ ਰਿਸ਼ੀ ਮੁਨੀ ਤਪਸਵੀ ਹੋਏ ਨੇ ਇੱਥੇ। ਅਧਿਕ ਤਪੇ ਤਪ ਮਨ ਕੋ ਰੋਕ। ਔਰ ਇਹਨਾਂ ਪਹਾੜਾਂ ਵਿੱਚ ਉਹ ਆਪਣੇ ਮਨ ਦੀ ਸਾਧਨਾ ਕਰਕੇ ਰੋਕ ਕੇ ਰਿਸ਼ੀ ਮੁਨੀ ਤਪਸਵੀ ਤਪ ਕਰਦੇ ਰਹੇ ਨੇ। ਮਰ ਪਹੁੰਚੇ ਕਮਲਾਸਨ ਲੋਕ। ਇੱਥੇ ਜਿਹੜੇ ਮਰੇ ਨੇ ਉਹ ਕਮਲਾਸਨ ਕਹੀਏ ਬ੍ਰਹਮਪੁਰੀ ਨੂੰ ਗਏ ਹਨ। ਇਤਿਆਦਿਕ ਸੁਨ ਕੈ ਗੁਰ ਬਚਨਾ। ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅੰਮ੍ਰਿਤ ਬਚਨ ਜਦੋਂ ਸਾਰਿਆਂ ਨੇ ਸੁਣੇ, ਕਰੇ ਨਿਹਾਰਨ ਗਿਰਵਰ ਰਚਨਾ। ਪਹਾੜਾਂ ਦੀ ਰਚਨਾ ਵੇਖਦੇ ਨੇ ਆਲੇ ਦੁਆਲੇ ਬੜੀ ਸੁੰਦਰ। ਅੱਜ ਵੀ ਤੁਸੀਂ ਬਿਪੌਰ ਸਾਹਿਬ ਜਾਓ, ਬੜਾ ਹੀ ਮਨ ਲੱਗਦਾ ਉੱਥੇ, ਬਹੁਤ ਮਨ ਵਿੱਚ ਖੇੜਾ ਆਉਂਦਾ। ਦਰਿਆ ਹੈ ਲਾਗੇ ਵਗਦਾ, ਦੂਰ ਤੱਕ ਪਹਾੜ, ਦਰਖਤ ਬਹੁਤ ਨੇ, ਹਰਿਆਵਲ ਬਹੁਤ ਹੈ, ਚਾਰੇ ਪਾਸੇ ਪਹਾੜੀ ਇਲਾਕਾ ਹੈ। ਤੋ ਮਹਾਰਾਜ ਜੀ ਤਦੇ ਤਾਂ ਇੱਥੇ ਬਹਿ ਕੇ ਬੇਅੰਤ ਬਾਣੀ ਰਚੀ, ਕਿਉਂਕਿ ਰਮਣੀਕ ਸੀ ਥਾਂ ਔਰ ਸ਼ਾਂਤੀ ਸੀ, ਇਕਾਗਰਤਾ ਸੀ, ਕਿਸੇ ਪ੍ਰਕਾਰ ਦਾ ਕੋਈ ਸ਼ੋਰ ਸ਼ਰਾਬਾ ਨਹੀਂ ਸੀ। ਜਿਵੇਂ ਪੌਂਟਾ ਸਾਹਿਬ ਸੀ ਨਾ ਜਮਨਾ ਦਾ ਕਿਨਾਰਾ, ਉਦਾਂ ਦਾ ਹੀ ਬੜਾ ਸੋਹਣਾ ਜਮਨਾ ਦੇ ਕੰਢੇ ਮਹਾਰਾਜ ਜੀ ਨੇ ਬੜੀ ਬਾਣੀ ਰਚੀ, ਕਲਗੀਧਰ ਸੁਆਮੀ ਨੇ। ਤੇ ਹੁਣ ਇੱਥੇ ਮਹਾਰਾਜ ਜੀ ਬਾਣੀ ਦੀ ਰਚਨਾ ਕਰਦੇ ਹਨ। ਪ੍ਰਭ ਜੀ ਉਚਰਤੋ ਤੁਮ ਜੈਸੇ। ਸਿੰਘ ਕਹਿਣ ਲੱਗੇ ਮਹਾਰਾਜ ਆਪ ਜੀ ਜੋ ਕਹਿ ਰਹੇ ਹੋ, ਵਿਖੀਅਤ ਤਰਵਰ ਗਿਰਵਰ ਤੈਸੇ। ਮਹਾਰਾਜ ਵਾਕਈ ਉਸੇ ਤਰ੍ਹਾਂ ਦੀ ਸੋਭਾ, ਉਦਾਂ ਦੇ ਹੀ ਸੁੰਦਰ ਦਰਖਤ ਨੇ, ਸੋਹਣੇ ਗਿਰਵਰ ਪਹਾੜ ਨੇ। ਮਨ ਕੋ ਮੋਦਿਓ ਪਾਵਨ ਹਾਰੇ। ਮਹਾਰਾਜ ਵੇਖ ਵੇਖ ਮਨ ਖੇੜੇ ਚ ਆਉਂਦਾ ਕਾਦਰ ਦੀ ਕੁਦਰਤ ਨੂੰ ਤੱਕ ਕੇ। ਕਿਉਂ ਨੈ ਬਿਰਮੈ ਆਏ ਨਿਹਾਰੇ। ਮਹਾਰਾਜ ਇਹ ਤਾਂ ਥਾਂ ਵਾਕਈ ਇਹੋ ਜੀ, ਕਿਹੜਾ ਇਹੋ ਜਿਹਾ ਜਿਹੜਾ ਇੱਥੇ ਆਵੇ ਤੇ ਉਹਦਾ ਮਨ ਨਾ ਬਿਰਮਾਵੇ। ਵਧੋ ਵਧੀ ਉਹਦਾ ਮਨ ਇੱਥੇ ਲੱਗੇਗਾ ਜਿਹੜਾ ਵੀ ਆਵੇਗਾ। ਇਸ ਪ੍ਰਕਾਰ ਪ੍ਰਭ ਸੈਲ ਸਰਾਹਾ। ਇਹ ਤਾਂ ਮਹਾਰਾਜ ਜੀ ਨੇ ਸਾਰੇ ਪਹਾੜੀ ਇਲਾਕੇ ਨੂੰ ਸਲਾਹਿਆ ਹੈ। ਬਸੇ ਤਹਾਂ ਮਨ ਆਨੰਦ ਪਾਹਾ। ਇੱਥੇ ਹੀ ਗਰੀਬ ਨਵਾਜ ਪਾਤਸ਼ਾਹ ਜੀ ਨੇ ਆਪਣਾ ਟਿਕਾਣਾ ਕੀਤਾ ਹੈ ਔਰ ਬਹਿ ਕੇ ਗੁਰਦੇਵ ਨੇ ਬਾਣੀ ਦੀ ਰਚਨਾ ਕੀਤੀ ਹੈ। ਚਰਿਤ੍ਰੋਪਖਿਆਨ ਦੀ ਬਾਣੀ ਮਹਾਰਾਜ ਜੀ ਨੇ ਇੱਥੇ ਰਚੀ ਹੈ। ਕ੍ਰਿਸ਼ਨਾ ਅਵਤਾਰ ਦਾ ਕੁਝ ਹਿੱਸਾ ਮਹਾਰਾਜ ਜੀ ਨੇ ਇੱਥੇ ਰਚਿਆ ਹੈ। ਤੋ ਇਸ ਪ੍ਰਕਾਰ ਨਾਲ ਕਲਗੀਧਰ ਪਾਤਸ਼ਾਹ ਜੀ ਨੇ ਚੌਪਈ ਸਾਹਿਬ ਦੀ ਪਾਵਨ ਬਾਣੀ, ਜਿਹੜੀ ਚੌਪਈ ਸਾਹਿਬ ਦੀ ਬਾਣੀ ਹੈ, ਚਰਿਤ੍ਰੋਪਖਿਆਨ ਦਾ ਅਖੀਰਲਾ ਪਾਠ ਹੈ, ਜਿਹੜਾ 405ਵਾਂ ਚਰਿਤ੍ਰ ਹੈ, ਉਹਦੇ ਵਿੱਚ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਰਚੀ ਹੈ। ਚੌਪਈ ਸਾਹਿਬ ਚਰਿਤ੍ਰੋਪਖਿਆਨ ਦੀ ਬਾਣੀ ਤੋਂ ਵੱਖਰੀ ਨਹੀਂ ਹੈ, ਚਰਿਤ੍ਰੋਪਖਿਆਨ ਬਾਣੀ ਦਾ ਹੀ ਹਿੱਸਾ ਹੈ। ਇੱਥੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੇ ਸੋਹਣੇ ਛੰਦ,
ਬੜੀ ਸੋਹਣੀ ਰਚਨਾ। ਇੱਥੇ ਹੀ ਬਹਿ ਕੇ ਮਹਾਰਾਜ ਜੀ ਨੇ ਪਿਪੌਰ ਸਾਹਿਬ ਜਿੱਥੇ ਬੈਠੇ ਨੇ ਨਾ ਗੁਰਦੇਵ, ਇੱਥੇ ਬਹਿ ਕੇ ਮਹਾਰਾਜ ਜੀ ਨੇ ਉਚਾਰਿਆ, ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, पूत यह प्रण तोहे प्राण जब लग काट थारे, निज नारी के साथ नित तुम नेह बढ़ैया, पर नारी की सेज भूल सुपने हूं ना जइया। इत्थे बह के महाराज जी ने पावन छंद रचे ने, इत्थे ही बह के उचारिया गरीब नवाज साहब जी ने, महाकाल की जे शरण परे सो लय बचाए, और ना उपजा दूसर जग पछियो सब बनाए। इत्थे ही बह के गुरुदेव ने रची है रचना, पुंदराश का काटा सीसा, सिर सकेत जगत के ईसा, ओपन भ्रिष्ट गगन ते भई, सभे ने आन बधाई दई। इत्थे ही बह के रचिया महाराज जी ने, हमरी करो हाथ दे रक्षा, पूर्ण होए चित की इच्छा। इत्थे ही बह के महाराज जी उचारिया, तुम्हें छाड़ कोई अवर ना त्याऊं, जो वर चाहो सो तुम ते पाऊं। इत्थे बह के रचिया, सुनै गुंग जो याहे सुरस न पावई, सुनै मूड चित लाए चितरता आवई, दुख दर्द भो निकट न तिन नर केर है, हो जो या की एक बार चौपई को कहे चौपई, संबत 17 सहस भणिजै, अर्ध सहस पुन 3 कहिजै, भाद्र सुदी अष्टमी रविवारा, तीर सतद्रव ग्रंथ सुधारा। इत श्री चरित्र पखियाने त्रिया चरित्र मंत्री भूप संवादे, 405 चरित्र समाप्त, मस्त शुभ मस्त अभजू। इत्थे गुरुदेव ने ਇਹੋ ਜੀ सुंदर बाणी ਦੀ रचना ਕੀਤੀ ਹੈ। ਮ੍ਰਿਗਿਆ ਕਰਤੇ ਵਿਚਰੈ ਕਬੇ, ਮਹਾਰਾਜ ਜੀ ਅਕਸਰ ਇੱਥੇ ਸ਼ਿਕਾਰ ਖੇਡਦੇ ਵਿਚਰਦੇ ਹਨ। ਸਿੰਘ ਅਰੂੜੈ ਸੰਗੀ ਸਬੇ, ਮਹਾਰਾਜ ਜੀ ਦੇ ਸੰਗੀ ਸਿੰਘ ਨਾਲ ਨਾਲ ਵਿਚਰਦੇ ਨੇ, ਸ਼ਿਕਾਰ ਖੇਡਣ ਲਈ ਜਾਂਦੇ ਹਨ। ਕਬਹੁ ਗੁਰ ਨੰਦਨ ਚੜ ਜਾਵੇ, ਕਦੇ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਸ਼ਿਕਾਰ ਤੇ ਚੜ ਕੇ ਜਾਂਦੇ ਨੇ, ਤੇ ਕਦੇ ਕਦੇ ਨਾਲ ਬਾਬਾ ਜੁਝਾਰ ਸਿੰਘ ਸਾਹਿਬ ਜੀ ਵੀ ਹਾਜ਼ਰ ਹੁੰਦੇ ਨੇ। ਸੈਲ ਕਰੇ ਜੇ ਤਕ ਮਨ ਭਾਵੇ, ਮਨ ਭਾਉਂਦੀ ਸੈਰ ਕਰਕੇ ਆਉਂਦੇ ਪਹਾੜੀ ਇਲਾਕਿਆਂ ਵਿੱਚ ਕਵਾਇਦ ਕਰਦੇ ਨੇ, ਸ਼ਸਤਰ ਵਿਦਿਆ ਦਾ ਅਭਿਆਸ ਕਰਨਾ, ਨੇਜੇਬਾਜ਼ੀ ਕਰਨੀ, ਘੋੜ ਸਵਾਰੀ ਕਰਨੀ, ਚਾਂਦਮਾਰੀ ਕਰਨੀ, ਤੋ ਇਸ ਪ੍ਰਕਾਰ ਨਾਲ ਸ਼ਸਤਰਾਂ ਦਾ ਅਭਿਆਸ ਕਰਦੇ ਕਰਾਉਂਦੇ ਨੇ। ਊਚ ਨੀਚ ਤਲ ਬਿਕਮ ਕੇ ਸਮੈ, ਉੱਚੇ ਨੀਵੇਂ ਥਾਂ ਨੇ, ਔਖੀਆਂ ਥਾਵਾਂ ਦੇ ਉੱਤੇ ਵੀ ਘੋੜੇ ਲੈ ਜਾ ਚੜ੍ਹਦੇ ਨੇ। ਏਦਾਂ ਬਹੁਤ ਸਾਰੇ ਥਾਂ ਤੇ ਇਲਾਕੇ ਵਿੱਚ ਮਹਾਰਾਜ ਜੀ ਵਿਚਰਦੇ ਹਨ। ਬੋ ਰਮਣੀਕ ਸੁਗਮ ਦੁਰਗਮ ਹੈ, ਨੇੜੇ ਗੁਰਪਲਾ ਸਾਹਿਬ ਅਸਥਾਨ ਹੈ, ਬੜਾ ਸੁੰਦਰ ਬੋੜ ਪਿੱਪਲ ਦਾ ਦਰਖਤ ਜਿੱਥੇ ਮਹਾਰਾਜ ਜੀ ਦੇ ਆਸਣ ਹਨ। ਤੋ ਏਦਾਂ ਬਹੁਤ ਸਾਰੇ ਪਾਵਨ ਨੇੜੇ ਤੇੜੇ ਇਤਿਹਾਸਕ ਸਥਾਨ ਨਿਸ਼ਾਨੀਆਂ ਜਿਹੜੀਆਂ ਨੇ ਉਹ ਅੱਜ ਵੀ ਉੱਥੇ ਮੌਜੂਦ ਹਨ। ਚਲਤ ਬੇਗ ਤੇ ਨਿਰਮਲ ਵਾਹੇ, ਦਰਿਆ ਬੜਾ ਸੁੰਦਰ ਵਗਦਾ ਲਾਗੇ, ਬੜਾ ਨਿਰਮਲ ਪ੍ਰਵਾਹ ਦਰਿਆ ਦੇ ਜਲ ਦਾ, ਸਵੱਛ ਸਾਫ਼ ਜਲ ਦਰਿਆ ਵਿੱਚ ਵਗਦਾ ਹੈ। ਬਿਨਾ ਧੂਲ ਬਨ ਮਗ ਅਵਗਾ ਹੈ, ਤੇ ਕਹਿੰਦੇ ਜਿਹੜਾ ਇੱਥੇ ਦਰਿਆ ਵਗਦਾ ਉਹਦੇ ਚ ਕੋਈ ਮਿੱਟੀ ਘਟਾ ਨਹੀਂ, ਸਾਫ਼ ਹੈ। ਲਾਗੇ ਜਿਹੜੇ ਰਸਤੇ ਨੇ ਉੱਥੇ ਵੀ ਮਿੱਟੀ ਘਟਾ ਨਹੀਂ ਉੱਡਦਾ। ਜਿਹੜਾ ਇਲਾਕਾ ਹੈ, ਕਿਉਂਕਿ ਪਹਾੜੀ ਇਲਾਕਾ ਹੈ, ਤੇ ਪਹਾੜੀ ਇਲਾਕਾ ਹੋਣ ਕਰਕੇ ਭਾਵੇਂ ਰਾਹ ਪਥਰੀਲੇ ਜੇ ਪਏ ਨੇ, ਉਹਦੇ ਵਿੱਚ ਮਿੱਟੀ ਘੱਟਾ ਨਹੀਂ ਉੱਡਦਾ। ਮਿੱਟੀ ਇਹੋ ਜਿਹੀ ਇਲਾਕੇ ਦੀ। ਕੁਸਮਤ ਬਨ ਕੀ ਪ੍ਰਭਾ ਬਿਲੋਕੇ, ਤੇ ਜੰਗਲ ਵਿੱਚ ਸੋਹਣੇ ਫੁੱਲ ਖਿੜੇ, ਬਗੀਚੇ ਖਿੜੇ ਹੋਏ, ਉਹਨਾਂ ਦੀ ਪ੍ਰਭਾ ਵੇਖਣ ਨੂੰ ਦਿਸਦੀ ਹੈ। ਮਗਨੇ ਅਧਿਕ ਸੁਗੰਧੀ ਰੋਕੇ, ਔਰ ਕਹਿੰਦੇ ਬੜੀ ਸੁਗੰਧੀ ਉਹਨਾਂ ਫੁੱਲਾਂ ਦੇ ਵਿੱਚੋਂ ਮਹਿਕ ਕੇ ਚਾਰੇ ਪਾਸੇ ਫੈਲਦੀ ਹੈ। ਜੈ ਲਗ ਇੱਛੇ ਵਿਚਰਤੇ ਆਵੇ, ਜਿੱਥੇ ਤੱਕ ਇੱਛਾ ਹੁੰਦੀ ਆ ਉੱਥੇ ਤੱਕ ਵਿਚਰਦੇ ਹਨ। ਇਸ ਪ੍ਰਕਾਰ ਨਿਸ ਦਿਵਸ ਬਿਤਾਵੇ, ਇਸ ਤਰ੍ਹਾਂ ਸਤਿਗੁਰੂ ਜੀ ਰਾਤ ਦਿਨ ਇੱਥੇ ਹੀ ਸਮਾਂ ਬਤੀਤ ਕਰਦੇ ਹਨ। ਦੇਸ਼ ਵਿਦੇਸ਼ਨ ਵਿਦਤ ਮਹਾਨ, ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਪਾਸੇ ਵਿਦਤ ਹੋ ਰਿਹਾ ਹੈ। ਸਤਿਗੁਰ ਬਸੇ ਜਾਏ ਤਿਸ ਥਾਨ, ਕਿ ਸਤਿਗੁਰੂ ਜੀ ਬਿਪੌਰ ਸਾਹਿਬ ਵਸੇ ਨੇ। ਇਤਿਹਾਸਕਾਰਾਂ ਦੇ ਮੁਤਾਬਕ ਤਕਰੀਬਨ 2 ਸਾਲ ਦਾ ਸਮਾਂ ਮਹਾਰਾਜ ਜੀ ਇੱਥੇ ਰਹਿ ਕੇ ਵਿਚਰੇ ਹਨ। ਤੋ ਇਸ ਕਰਕੇ ਸਾਰੀਆਂ ਸੰਗਤਾਂ ਦੇ ਵਿੱਚ
ਇਹ ਪ੍ਰਚਾਰ ਤੇ ਪ੍ਰਸਾਰ ਹੈ ਕਿ ਕਲਗੀਧਰ ਜੀ ਇਸ ਵੇਲੇ ਬਿਪੌਰ ਸਾਹਿਬ ਵਸਦੇ ਹਨ। ਸੁਨ ਸੁਨ ਕਰ ਸਿੱਖ ਸੰਗਤ ਸਾਰੀ, ਬੇਅੰਤ ਸਿੱਖ ਸੰਗਤਾਂ ਮਹਾਰਾਜ ਜੀ ਦਾ ਜਸ ਸੁਣ ਕੇ ਬਿਪੌਰ ਸਾਹਿਬ ਆਉਂਦੀਆਂ, ਮਹਾਰਾਜ ਜੀ ਦੇ ਦਰਸ਼ਨ ਪਰਸਦੀਆਂ ਹਨ। ਆਵੇਂ ਦਰਸ਼ਨ ਇੱਛਾ ਧਾਰੀ, ਇੱਛਾ ਧਾਰਨ ਕਰਕੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੇ ਹਨ ਸਿੱਖ। ਪੂਰਬ ਦਛਨ ਪশ্ਚਮ ਕੇਰੇ, ਪੂਰਬ ਦੱਖਣ ਪੱਛਮ ਦਿਸ਼ਾਵਾਂ ਤੋਂ ਸਿੱਖ ਆਉਂਦੇ ਨੇ। ਲੈ ਲੈ ਕਰ ਉਪਹਾਰ ਕਨੇਰੇ, ਅਨੇਕਾਂ ਪ੍ਰਕਾਰ ਦੇ ਉਪਹਾਰ ਭੇਟਾਵਾਂ ਲੈ ਕੇ ਹਾਜ਼ਰ ਹੁੰਦੇ ਗੁਰੂ ਚਰਨਾਂ ਵਿੱਚ। ਬਹੀਰ ਚਲੇ ਬਹੁ ਆਵੇਂ, ਵਹੀਰਾਂ ਦੇ ਵਹੀਰ ਚੱਲ ਕੇ ਸਿੱਖਾਂ ਦੇ ਆਉਂਦੇ ਨੇ, ਸੰਗਤ ਦੇ ਆਉਂਦੇ ਨੇ। ਗੁਰਬਾਣੀ ਪਟ ਗੁਰ ਗੁਰ ਧਿਆਵੇ, ਗੁਰਬਾਣੀ ਦਾ ਜਾਪ ਕਰਕੇ ਗੁਰੂ ਗੁਰੂ ਧਿਆਉਂਦੇ, ਗੁਰੂ ਗੁਰੂ ਜਪਦੇ ਨੇ ਸਿੱਖ। ਕੇਤਕ ਸੰਗਤ ਸ਼ਸਤਰਨ ਧਾਰੀ, ਕਿਤਨੀਆਂ ਹੀ ਸੰਗਤਾਂ ਸ਼ਸਤਰ ਧਾਰੀ ਹੋ ਕੇ ਆਉਂਦੀਆਂ ਨੇ। ਮਨ ਸੁਚੇਤੇ ਆਵਤ ਬਲ ਭਾਰੀ, ਸੁਚੇਤ ਹੋ ਕੇ ਆਉਂਦੀਆਂ ਸੰਗਤਾਂ, ਕਿਉਂਕਿ ਰਸਤੇ 'ਚ ਪਹਾੜੀ ਜਿਹੜੇ ਨੇ ਉਹ ਖਾਲਸੇ ਦੇ ਦੁਸ਼ਮਣ ਹਨ। ਦੁਸ਼ਟਨ ਕੋ ਦਬਾਏ ਜੇ ਅਰੇ, ਜਿਹੜਾ ਕੋਈ ਦੁਸ਼ਟ ਅੜਦਾ ਉਹਨੂੰ ਦਬਾ ਕੇ ਅੜ ਜਾਂਦੇ ਹਨ। ਬਲੀ ਪਿਖੈ ਕੋਠੇ ਨੇਰ ਨ ਕਰੇ, ਤੇ ਸਿੱਖਾਂ ਨੂੰ ਬਲੀ ਵੇਖ ਕੇ ਨੇੜੇ ਨਹੀਂ ਆਉਂਦੇ। ਕੇਤਕ ਬਿਨ ਆਯੁਧ ਗਨ ਮਿਲੇ, ਹੁਣ ਕਈ ਸਿੱਖ ਜਿਹੜੇ ਨੇ ਉਹ ਸ਼ਸਤਰਾਂ ਤੋਂ ਵਿਹੂਣੇ ਵੀ ਹਨ। ਗੁਰੂ ਆਸਰੇ ਬਲ ਕਰ ਚਲੇ, ਸਤਿਗੁਰਾਂ ਦੇ ਬਲ ਆਸਰੇ ਕਰਕੇ ਆਉਂਦੇ ਆ ਚੱਲ ਕੇ। ਕਾਰ ਗੁਰੂ ਕੀ ਇਕੱਠੀ ਤਰੇ, ਗੁਰੂ ਸਾਹਿਬ ਜੀ ਦੀ ਜਿਹੜੀ ਕਾਰ ਹੈ ਦਸਵੰਧ ਦੀ ਮਾਇਆ, ਉਹ ਇਕੱਠੀ ਕਰਕੇ ਸਿੱਖ ਆਪਣਿਆਂ ਘਰਾਂ ਤੋਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਪਣ ਕਰਨ ਵਾਸਤੇ ਆਉਂਦੇ ਹਨ। ਆਵੇ ਆਪ ਤਲਿਆਵਨ ਕਰੇ, ਜਦੋਂ ਆਪ ਆਉਂਦੇ ਆ ਤੇ ਆਪ ਲਿਆ ਕੇ ਭੇਟ ਕਰਦੇ ਹਨ, ਕਿਉਂਕਿ ਮਸੰਦ ਪ੍ਰਥਾ ਗੁਰਦੇਵ ਨੇ ਖਤਮ ਕਰ ਦਿੱਤੀ ਹੈ। ਇਸ ਪ੍ਰਕਾਰ ਸਤਿਗੁਰ ਬਿਸਰਾਮੇ, ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇੱਥੇ ਬੈਠਦੇ ਨੇ, ਜਿੱਥੇ ਇਕਾਂਤ ਵਿੱਚ ਬੈਠਦੇ ਬਾਣੀ ਰਚਦੇ ਮਹਾਰਾਜ, ਉੱਥੇ ਗੁਰਦੇਵ ਦੇ ਆ ਕੇ ਸਿੱਖ ਦਰਸ਼ਨ ਕਰਦੇ ਹਨ। ਅਚਲ ਸਥਾਨ ਸੈਲ ਅਬਿਰਾਮੇ, ਬੜਾ ਸੁੰਦਰ ਰਾਜੇ ਦੇ ਮਹਿਲ ਵਿੱਚ ਵੀ ਪਾਤਸ਼ਾਹ ਨਿਵਾਸ ਕਰਦੇ ਨੇ। ਇੱਥੇ ਦਰਿਆ ਕੰਢੇ ਆ ਕੇ ਵੀ ਪਾਤਸ਼ਾਹ ਜੀ ਵਿਸ਼ਰਾਮ ਕਰਦੇ ਹਨ। ਸਾਰਾ ਖਾਲਸਾ ਮਹਾਰਾਜ ਜੀ ਦੇ ਦਰਸ਼ਨ ਪਰਸ ਕੇ ਸੁਖ ਪਾ ਰਿਹਾ ਹੈ। ਸਕਲ ਖਾਲਸਾ ਸੁਖ ਕੋ ਪਾਏ, ਰਣ ਕੋ ਸਿਮਰ ਦਿਵਸ ਬਿਤਾਏ। ਸਾਰਾ ਖਾਲਸਾ ਸੁਖ ਪਾ ਰਿਹਾ ਹੈ। ਜੰਗ ਦੇ ਮੈਦਾਨ ਦੀਆਂ ਗੱਲਾਂ ਹੁੰਦੀਆਂ ਨੇ, ਰਣ ਭੂਮੀ ਦੀਆਂ ਸੂਰਮਿਆਂ ਦੀਆਂ ਬਾਤਾਂ ਹੁੰਦੀਆਂ ਨੇ, ਵੀਰ ਅਸੀਂ ਯੋਧਿਆਂ ਦੀਆਂ ਵਾਰਾਂ ਢਾਡੀ ਗਾਇਨ ਕਰਦੇ ਨੇ। ਤੋ ਇਸ ਪ੍ਰਕਾਰ ਮਹਾਰਾਜ ਜੀ ਦਾ ਖਾਲਸਾ ਸਜ ਰਿਹਾ ਹੈ। ਕਲਮੌਟ ਨਗਰ ਹੈ ਕੁਝ ਦੂਰੀ ਤੇ, ਉੱਥੇ ਖਾਲਸੇ ਦਾ ਜੰਗ ਹੋ ਰਿਹਾ ਹੈ। ਕਿਉਂ ਹੋ ਰਿਹਾ ਹੈ? ਕਿਉਂਕਿ ਕਲਮੋਟ ਦੇ ਕੁਝ ਲੋਕਾਂ ਨੇ ਗੁਰੂ ਖਾਲਸੇ ਨਾਲ ਵੈਰ ਕਮਾਇਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਆਪੇ ਗੁਰ ਚੇਲਾ, ਆਪੇ ਗੁਰ ਚੇਲਾ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ। हे अच्युत हे पार ब्रह्म, ਅਬਨਾਸੀ ਅਗਨਾਸ, हे पूरन हे सर्वमय, ਦੁਖ ਪੰਜਨ ਗੁਣ ਤਾਸ, हे संगी हे निरंकार, ਏ ਨਿਰਗੁਣ ਸਭ ਟੇਕ, हे गोविंद हे गुण निधान, ਜਾਂ ਕੀ ਸਦਾ ਬਬੇਤ, हे अपरंपर हर हरे, ਐ ਪੀਓ ਅਣਿਆਰ, हे संत कै सदा संग, ਧਾਰਾ ਆਧਾਰ, हे ठाकुर हौ दासरो, ਮੈਂ ਨਿਰਗੁਣ ਗੁਣ ਨਹੀਂ ਕੋਏ, नानक दीजै नाम दान, ਰਾਖੋਈ ਐ ਪਰੋਏ, आए प्रभ शरणागति, ਕਿਰਪਾ ਨਿਧ ਦਿਆਲ, एक अखर हर मन बस्त, ਨਾਨਕ ਹੋਤ ਨਿਹਾਲ, वाहिगुरु नाम जहाज है, ਜੜੇ ਸੋ ਤੇਰੇ ਪਾਰ, जो शरदा कर से बंदे, ਗੁਰ ਪਾਰ ਉਤਾਰ ਨਿਹਾਰ, वाहिगुरु नाम जहाज है, ਜੜੇ ਸੋ ਤੇਰੇ ਪਾਰ, जो शरदा कर से बंदे, ਗੁਰ ਪਾਰ ਉਤਾਰ ਨਿਹਾਰ। वाहिगुरु जी का खालसा, वाहिगुरु जी की फतेह।